ਹੈਲੋ ਐਂਡ ਵੈਲਕਮ। ਅੱਜ ਜਿਹੜਾ ਹੈ ਆਪਣਾ ਬੇਟਾ ਨੈਕਸਟ ਚੈਪਟਰ ਇਲੈਕਟ੍ਰਿਕ ਪੋਟੈਂਸ਼ੀਅਲ ਸ਼ੁਰੂ ਹੋਣ ਜਾ ਰਿਹਾ ਹੈ। ਇੱਕ ਚੈਪਟਰ ਹੋਰ ਪੈਂਡਿੰਗ ਹੈ ਆਪਣਾ, ਫਿਰ ਆਪਣਾ ਪਹਿਲਾ ਯੂਨਿਟ ਜਿਹੜਾ ਉਹ ਕੰਪਲੀਟ ਹੋ ਜਾਣਾ ਹੈ। ਆਈ ਹੋਪ ਕਿ ਤੁਸੀਂ ਇਸ ਵੀਡੀਓ ਤੇ ਪਿਛਲੇ ਚੈਪਟਰ ਅਟੈਂਡ ਕਰਨ ਬਾਅਦ ਆਇਓ। ਜੇ ਪਿਛਲੇ ਚੈਪਟਰ ਅਟੈਂਡ ਕਰਕੇ ਆਏ ਹੋ ਜਾਂ ਤੁਹਾਨੂੰ ਉਹਨਾਂ ਦੀ ਨੌਲੇਜ ਹੈਗੀ ਹੈ ਪਹਿਲਾਂ ਹੀ ਆਲਰੇਡੀ, ਤਾਂ ਹੀ ਤੁਹਾਨੂੰ ਇਸ ਲੈਕਚਰ ਦਾ ਫਾਇਦਾ ਹੈ। ਸੋ ਚੈਪਟਰ ਦਾ ਨਾਮ ਇਲੈਕਟ੍ਰਿਕ ਪੋਟੈਂਸ਼ੀਅਲ। ਸ਼ੁਰੂ ਕਰਾਂਗੇ। ਵਰਡ ਤੁਸੀਂ ਪਹਿਲਾਂ ਵੀ ਸਾਰਿਆਂ ਨੇ ਸੁਣਿਆ ਹੋਇਆ ਪੋਟੈਂਸ਼ੀਅਲ એનર્ਜੀ, ਹੈ ਨਾ। ਤਾਂ ਪੋਟੈਂਸ਼ੀਅਲ એનર્ਜੀ +1 ਦੇ ਵਿੱਚ ਐਨੋਰਮਸ ਨੰਬਰ ਆਫ ਟਾਈਮਸ ਆਇਆ। ਪੋਟੈਂਸ਼ੀਅਲ એનર્ਜੀ ਕੀ ਹੁੰਦੀ ਹੈ ਪਤਾ ਤੁਹਾਨੂੰ ਸਾਰਿਆਂ ਨੂੰ? ਇਹ ਬੜੀ ਇੱਕ ਆਪਾਂ ਕਹਿ ਰਹੀਏ ਕਿ ਇੱਕ ਕੰਪਲਿਕੇਟਡ ਟਰਮ ਹੈ, ਜਾਂ ਕਹਿ ਰਹੀਏ ਬੜੀ ਵਾਸਟ ਟਰਮ ਹੈ ਪੋਟੈਂਸ਼ੀਅਲ એનર્ਜੀ। ਤਾਂ ਪੋਟੈਂਸ਼ੀਅਲ એનર્ਜੀ ਤੁਸੀਂ +1 ਚ ਕਿਵੇਂ ਸਿੱਖਿਆ ਕਿ ਪੋਟੈਂਸ਼ੀਅਲ એનર્ਜੀ ਕੀ ਹੈ ਕਿ ਕਿਸੇ ਵੀ ਸਿਸਟਮ ਦੇ ਵਿੱਚ ਸਟੋਰਡ એનર્ਜੀ ਦਾ ਨਾਮ ਹੈ। ਜਦੋਂ ਆਪਾਂ ਉਹਦੀ ਕੌਨਫੀਗਰੇਸ਼ਨ ਚੇਂਜ ਕਰਦੇ ਹਾਂ, ਉਹਦੀ ਸ਼ੇਪ ਚੇਂਜ ਕਰਦੇ ਆ, ਉਹਦੀ ਪੋਜੀਸ਼ਨ ਚੇਂਜ ਕਰਦੇ ਆ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਪਿਛਲੇ ਸਾਲ ਇਹ ਪੜ੍ਹ ਕੇ ਆਏ ਹੋ ਕਿ ਜਿਵੇਂ ਉਹਨੇ ਸਪਰਿੰਗ ਹੈ, ਇਹ ਇਹਦੀ ਇੱਕ ਨੈਚੁਰਲ ਸਟੇਜ ਹੈ, ਠੀਕ ਹੈ। ਜੇ ਮੈਂ ਇਹਨੂੰ ਇੱਦਾਂ ਖਿੱਚ ਕੇ ਥੱਲੇ ਲੈ ਜਾਵਾਂ ਤਾਂ ਮੈਨੂੰ ਕੀ ਕਰਨਾ ਪਿਆ? ਖਿੱਚਿਆ ਤਾਂ ਯਾਨੀ ਕਿ ਫੋਰਸ ਲਾਈ, ਡਿਸਪਲੇਸਮੈਂਟ ਦਿੱਤਾ, ਯਾਨੀ ਕਿ ਵਰਕ ਹੋਇਆ। ਜਿਹੜਾ ਵਰਕ ਮੈਂ ਕੀਤਾ ਉਹ ਇਹਦੇ 'ਚ ਇੱਕ એનર્ਜੀ ਬਣ ਕੇ ਸਟੋਰ ਹੋ ਗਿਆ। ਉਹਨੂੰ ਅਸੀਂ ਕਿਹੜੀ એનર્ਜੀ ਕਹਾਂਗੇ? ਪੋਟੈਂਸ਼ੀਅਲ એનર્ਜੀ, ਹੈ ਨਾ। ਕਿਵੇਂ ਪਤਾ ਲੱਗੇਗਾ ਪੋਟੈਂਸ਼ੀਅਲ એનર્ਜੀ ਦੀ ਇੱਕ ਬੜੀ ਵਧੀਆ ਪਹਿਚਾਣ ਹੈ ਕਿ ਜਦੋਂ ਤੁਸੀਂ ਕਿਸੇ ਸਿਸਟਮ ਨੂੰ ਰਿਲੀਜ਼ ਕਰਦੇ ਹੋ ਤਾਂ ਉਹ એનર્ਜੀ ਸਾਨੂੰ ਕਿਸੇ ਨਾ ਕਿਸੇ ਫਾਰਮ 'ਚ ਅਪੀਅਰ ਹੁੰਦੀ ਹੈ। ਜਿਵੇਂ ਇਹ ਸਟੋਰਡ એનર્ਜੀ ਜਦੋਂ ਛੱਡਾਂਗਾ ਤਾਂ ਕਿਹੜੀ એનર્ਜੀ ਬਣ ਗਈ? ਕਾਇਨੈਟਿਕ એનર્ਜੀ, ਹੈ ਨਾ। ਸਿਮਿਲਰਲੀ ਐਵੇਂ ਨਹੀਂ ਕੋਈ ਜ਼ਰੂਰੀ ਹੈਗਾ। ਦੇਖੋ ਜੇ ਮੈਂ ਇਹਨੂੰ ਇੱਦਾਂ ਵੀ ਪ੍ਰੈਸ ਕਰਾਂ, ਹੁਣ ਇਹਦੀ ਇੱਕ ਵਾਰੀ ਨੈਚੁਰਲ ਸਟੇਟ ਆਏ, ਜੇ ਮੈਂ ਇਹਨੂੰ ਇੱਦਾਂ ਨੀਚੇ ਲੈ ਜਾਵਾਂ ਇੱਦਾਂ ਕਰਕੇ, ਫਿਰ ਮੈਂ ਫੋਰਸ ਲਾਈ, ਫਿਰ ਮੈਂ ਡਿਸਪਲੇਸ ਕੀਤਾ, ਯਾਨੀ ਕਿ ਵਰਕ ਹੋਇਆ, ਵਰਕ ਕੀਤਾ ਤੇ ਕਿਹੜੀ એનર્ਜੀ ਬਣੀ? ਸਟੋਰ ਕੀਤੀ। ਪੱਕਾ ਉਹ ਕਿਹੜੀ એનર્ਜੀ? ਪੋਟੈਂਸ਼ੀਅਲ। ਜਦੋਂ ਛੱਡਾਂਗਾ ਤਾਂ ਕਿਹੜੀ એનર્ਜੀ ਬਣ ਜਾਏਗੀ? ਕਾਇਨੈਟਿਕ। ਆ ਦੇਖੋ, ਠੀਕ ਹੈ। ਸਿਮਿਲਰਲੀ ਤੁਸੀਂ ਆਹ ਦੇਖ ਸਕਦੇ ਹੋ ਕਿ ਜਿਵੇਂ ਮੇਰੇ ਕੋਲ ਇੱਕ ਸਪੌਂਜ ਹੈ, ਮੈਂ ਇਹਨੂੰ ਲਿਆ, ਇਹਨੂੰ ਐ ਨਿਚੋੜ ਕੇ ਇੱਦਾਂ ਪਕੜ ਲਿਆ। ਹੁਣ ਮੈਨੂੰ ਪਤਾ ਹੈ ਕਿ ਇਸ ਵਕਤ ਮੈਂ ਇਹਦੇ ਤੇ ਫੋਰਸ ਲਾ ਕੇ ਇਹਦੇ ਪਾਰਟੀਕਲਸ ਨੂੰ ਡਿਸਪਲੇਸ ਕਰਕੇ ਇੱਦਾਂ ਰੱਖ ਲਿਆ, ਠੀਕ ਹੈ। ਬਟ ਮੇਰਾ ਫਿਰ ਇਹ ਕਹਿਣਾ ਹੈ ਕਿ ਜਦੋਂ ਆਪਾਂ ਵਰਕ ਕਰਦੇ ਹਾਂ, ਜਿਹੜੀ એનર્ਜੀ ਸਟੋਰ ਹੋ ਗਈ ਹੈ ਉਹਨੂੰ ਅਸੀਂ ਕਿਹੜੀ એનર્ਜੀ ਬੋਲਾਂਗੇ? ਪੋਟੈਂਸ਼ੀਅਲ। ਜਦੋਂ ਛੱਡਾਂਗੇ ਤਾਂ ਕੀ ਕਰੇਗਾ? ਇਹ ਆਫਕੋਰਸ ਫੈਲਣ ਦੀ ਕੋਸ਼ਿਸ਼ ਕਰੇਗਾ, ਠੀਕ ਹੈ। ਸਿਮਿਲਰਲੀ ਸਾਡੇ ਜਿਹੜੇ ਸਿਸਟਮ ਨੇ ਇਹਨਾਂ ਵਿੱਚ ਵੀ ਤੁਸੀਂ ਇਹ ਵਾਲੀ ਫੀਲਿੰਗ ਲੈ ਸਕਦੇ ਹੋ। ਕਿਵੇਂ? ਜਿਵੇਂ ਇਹ ਆਪਣੇ ਭਾਈ ਸਾਹਿਬ ਨੇ, ਸਾਨੂੰ ਪਤਾ ਹੈ ਕਿ ਇਹਨਾਂ ਨੂੰ ਜਦੋਂ ਹੀ ਆਪਾਂ ਔਨ ਕਰਦੇ ਹਾਂ ਤਾਂ ਆਪਦਾ ਇੱਕ ਫੀਲਡ ਹੈ, ਠੀਕ ਹੈ। ਜਿਹੜਾ ਇਹਦਾ ਫੀਲਡ ਹੈ, ਉਸ ਫੀਲਡ ਦੇ ਵਿੱਚ ਜੇ ਮੰਨ ਲਓ ਕਿ ਮੈਂ ਇੱਕ ਚਾਰਜ ਲੈ ਆਵਾਂ ਵਾਲਾ, ਠੀਕ ਹੈ, ਤਾਂ ਇਸ ਚਾਰਜ ਨੂੰ ਜਦੋਂ ਮੈਂ ਇੱਦਾਂ ਲੈ ਕੇ ਆਵਾਂਗਾ, ਮੰਨ ਲਓ ਆਪਾਂ ਇਹਨੂੰ ਔਨ ਵੀ ਕਰ ਹੀ ਲੈਂਦੇ ਹਾਂ, ਇਹ ਔਨ ਹੋ ਗਿਆ। ਐਂਡ ਮੈਂ ਕੀ ਕਰਦਾ ਕਿ ਇਹਨੂੰ ਵੀ ਚਾਰਜ ਕਰ ਲੈਂਦੇ ਇਹਦੇ ਨਾਲ, ਰਾਈਟ। ਹੁਣ ਮੇਰੇ ਕੋਲ ਕਿੰਨੇ ਚਾਰਜ ਨੇ? 2 ਨੇ, ਨਾ। ਤਾਂ ਮੈਂ ਇਸ ਫੀਲਡ ਦੇ ਵਿੱਚ ਆਹ 2 ਪੁਆਇੰਟਸ ਲੈ ਲਏ। ਆਹ ਮੰਨ ਲਓ A ਪੁਆਇੰਟ ਹੈ ਤੇ ਆਹ ਮੰਨ ਲਓ B ਪੁਆਇੰਟ ਹੈ। ਹੁਣ ਜਦੋਂ ਮੈਂ ਇਹਨੂੰ B ਪੁਆਇੰਟ ਤੋਂ A ਪੁਆਇੰਟ ਤੱਕ ਲੈ ਕੇ ਜਾ ਰਿਹਾ, ਆਫਕੋਰਸ ਫੀਲਡ ਦੇ ਪਾਸੇ ਸਟਰੋਂਗ ਹੈ ਤਾਂ ਮੈਨੂੰ ਫੋਰਸ ਲਾਉਣੀ ਪੈ ਰਹੀ। ਕਿਉਂ? ਜੇ ਮੰਨ ਲਓ ਦੋਨਾਂ ਦੇ ਪੋਜ਼ਿਟਿਵ ਚਾਰਜ ਨੇ, ਇੱਕ ਦੂਜੇ ਨੂੰ ਕੀ ਕਰਦੇ ਹੋਣਗੇ? ਰਿਪੈਲ। ਉਸ ਰਿਪਲਸ਼ਨ ਦੇ ਅਗੇਂਸਟ ਮੈਂ ਫੋਰਸ ਲਾ ਰਿਹਾ। ਇਹਨਾਂ ਮਤਲਬ ਪੱਕੀ ਗੱਲ ਹੈ ਕਿ ਮੈਨੂੰ ਕੀ ਕਰਨਾ ਪੈ ਰਿਹਾ? ਵਰਕ ਕਰਨਾ ਪੈ ਰਿਹਾ। ਜਿਹੜਾ ਵਰਕ ਕਰਨਾ ਪੈ ਰਿਹਾ, ਜਦੋਂ ਹੀ ਆਪਾਂ ਇਹਨੂੰ ਛੱਡਾਂਗੇ, ਜੇ ਬਾਈ ਚਾਂਸ ਇਹਨਾਂ ਦੇ ਵੇਟ ਵੂਟ ਘੱਟ ਹੋਣ ਤਾਂ ਕੀ ਕਰੇਗਾ? ਸਪਰਿੰਗ ਵਾਲਾ ਕੰਮ ਕਰੇਗਾ, ਇਹਨੂੰ ਬੈਕ ਭੇਜੇਗਾ ਤਾਂ ਕਰਕੇ। ਸਮਝਦੇ ਹੋ? ਤਾਂ ਇਹ ਬਿਲਕੁਲ ਕਿਹੜੀ એનર્ਜੀ ਸਟੋਰ ਹੋ ਕੇ ਬਣੇਗਾ ਆਪਣੇ ਕੋਲ? ਪੋਟੈਂਸ਼ੀਅਲ એનર્ਜੀ, ਠੀਕ ਹੈ। ਹੁਣ ਵਾਈ ਦ ਵਰਡ ਪੋਟੈਂਸ਼ੀਅਲ એનર્ਜੀ ਡਿਫਰੈਂਸ ਹੇਅਰ? ਮੈਂ ਟੌਪਿਕ ਦਾ ਨਾਮ ਕੀ ਲਿਖਿਆ? ਪੋਟੈਂਸ਼ੀਅਲ એનર્ਜੀ ਡਿਫਰੈਂਸ। ਐਕਚੁਅਲੀ ਪੋਟੈਂਸ਼ੀਅਲ એનર્ਜੀ ਡਿਫਰੈਂਸ ਜ਼ਿਆਦਾ ਵਧੀਆ ਵਰਡ ਹੈ ਦੈਨ ਪੋਟੈਂਸ਼ੀਅਲ એનર્ਜੀ। ਫੋਰ ਐਗਜ਼ਾਮਪਲ ਜਿੱਦਾਂ ਹੁਣ ਮੈਂ ਇਸ ਰੂਮ 'ਚ ਖੜਾ, ਤਾਂ ਮੈਂ ਜੇ ਤੁਹਾਨੂੰ ਇਹ ਕਹਾਂ ਕਿ ਮੇਰੇ ਪੈਰ ਫਲੋਰ ਦੇ ਬਿਲਕੁਲ ਨਾਲ ਨੇ, ਤਾਂ ਮੇਰੇ ਪੈਰਾਂ ਦੀ ਜਿਹੜੀ ਪੋਟੈਂਸ਼ੀਅਲ એનર્ਜੀ ਕਿੰਨੀ ਹੈ? ਤਾਂ ਜੇ ਮੇਰੇ ਪੈਰ ਬਿਲਕੁਲ ਫਲੋਰ ਦੇ ਨਾਲ ਲੱਗੇ ਨੇ, ਤਾਂ ਤੁਸੀਂ ਕਹੋਗੇ ਪੈਰਾਂ ਦੀ ਜਿਹੜੀ ਪੋਟੈਂਸ਼ੀਅਲ એનર્ਜੀ ਉਹ 0 ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਪਰ ਮੈਂ ਤੁਹਾਨੂੰ ਅਗਲੀ ਗੱਲ ਜੇ ਕਹਾਂ ਕਿ ਐਕਚੁਅਲੀ ਜਿਹੜਾ ਮੇਰਾ ਰਿਕਾਰਡਿੰਗ ਰੂਮ ਹੈ, ਜਿੱਥੇ ਮੈਂ ਰਿਕਾਰਡ ਕਰ ਰਿਹਾ, ਉਹ ਸਾਡੇ ਘਰ ਦੇ ਫਸਟ ਫਲੋਰ ਤੇ ਹੈ ਬੇਟੇ। ਹੁਣ ਜੇ ਫਸਟ ਫਲੋਰ ਤੇ ਹੈ ਤਾਂ ਫਿਰ ਹੁਣ ਤੁਹਾਡਾ ਆਨਸਰ ਚੇਂਜ ਹੋਊਗਾ? ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਇਟ ਇਜ਼ ਆਲ ਅਬਾਊਟ ਦੀ ਰੈਫਰੈਂਸ ਪੁਆਇੰਟ। ਤੁਹਾਡੇ ਦੋਨੇ ਆਨਸਰ ਠੀਕ ਨੇ। ਜੇ ਤੁਸੀਂ ਰਿਲੇਟਿਵ ਟੂ ਗਰਾਊਂਡ ਕਹੋਗੇ ਤਾਂ ਮੇਰੀ ਪੈਰਾਂ ਦੀ ਪੋਟੈਂਸ਼ੀਅਲ એનર્ਜੀ ਹੋਰ ਹੈ। ਜੇ ਤੁਸੀਂ ਰਿਲੇਟਿਵ ਟੂ ਫਲੋਰ ਕਹੋਗੇ ਤਾਂ ਮੇਰੀ ਪੈਰਾਂ ਦੀ ਪੋਟੈਂਸ਼ੀਅਲ એનર્ਜੀ ਹੋਰ ਹੈ, ਜਿਹੜਾ ਆਹ ਵਾਲਾ ਫਲੋਰ ਹੈ। ਲੇਕਿਨ ਜਿਹੜੀ ਮੇਰੀ ਹਾਈਟ ਹੈ, ਮੇਰੇ ਸਿਰ ਤੋਂ ਲੈ ਕੇ ਮੇਰੇ ਪੈਰਾਂ ਤੱਕ ਦਾ ਜਿਹੜਾ ਪੋਟੈਂਸ਼ੀਅਲ એનર્ਜੀ ਦਾ ਡਿਫਰੈਂਸ ਹੈ, ਗ੍ਰੈਵਿਟੇਸ਼ਨਲ ਪੋਟੈਂਸ਼ੀਅਲ એનર્ਜੀ ਦਾ ਡਿਫਰੈਂਸ, ਉਹ ਭਾਵੇਂ ਮੈਂ ਜ਼ਮੀਨ ਤੇ ਖੜਾ, ਸੋਚੋ ਧਿਆਨ ਨਾਲ, ਥੱਲੇ ਜਾ ਕੇ ਖੜਾ ਹੋ ਜਾ, ਭਾਵੇਂ ਇੱਥੇ ਖੜਾ, ਉਹ ਸੇਮ ਰਹਿਣਾ। ਸਮਝਦੇ ਹੋ ਕਿਉਂ? ਕਿਉਂਕਿ ਜਿਹੜਾ ਮੇਰੇ ਪੈਰਾਂ ਤੋਂ ਲੈ ਕੇ ਆਹ ਹਾਈਟ ਹੈ, ਇਹਨੇ ਫਿਕਸ ਰਹਿਣਾ। ਉਹ ਬੜਾ ਚਾਰਜ, ਇਹਨੂੰ ਪਹਿਲਾਂ ਡਿਸਚਾਰਜ ਕਰਦੀ ਬੇਟਾ, ਬਾਰ-ਬਾਰ ਮੇਰੇ ਵਾਲਾਂ ਨੂੰ ਡਿਸਟਰਬ ਕਰ ਰਿਹਾ। ਤਾਂ ਸਮਝ ਆਈ ਗੱਲ ਦੀ ਕਿ ਆਪਣੇ ਲਈ ਜ਼ਿਆਦਾ ਰੈਲੇਵੈਂਟ ਕੀ ਹੈ? ਪੋਟੈਂਸ਼ੀਅਲ એનર્ਜੀ ਡਿਫਰੈਂਸ। ਹੁਣ ਇਸੇ ਲਈ ਆਪਾਂ ਕੀ ਕੀਤਾ ਕਿ ਇਹਨੂੰ ਸਮਝਣ ਵਾਸਤੇ ਤੁਸੀਂ ਇੱਦਾਂ ਸੋਚ ਲਓ ਕਿ ਮੇਰੇ ਕੋਲ
ਇਹਦੀ ਵੀ ਗੱਲ ਕਰਦੇ ਨੇ, ਆਹ ਇੱਕ ਸੋਰਸ ਹੈ, ਠੀਕ ਹੈ। ਹੁਣ ਇਸ ਸੋਰਸ ਦੇ ਦਾ ਆਪਦਾ ਇੱਕ ਫੀਲਡ ਹੈ ਬੇਟਾ, ਹਨਾ। ਉਸ ਫੀਲਡ ਦੇ ਵਿੱਚ ਆਪਾਂ ਕੀ ਕੀਤਾ ਕਿ 2 ਪੁਆਇੰਟਸ ਮਾਰਕ ਕਰ ਲਏ, ਇੱਕ ਕਰ ਲਿਆ A ਤੇ ਦੂਜਾ ਕਿਹਨਾਂ ਕਰ ਲਿਆ B। ਇਜ਼ ਦੈਟ ਓਕੇ? ਹੁਣ ਜਦੋਂ ਤੁਸੀਂ ਇਹ 2 ਪੁਆਇੰਟਸ ਮਾਰਕ ਕਰ ਲਏ, ਤੁਸੀਂ ਕੀ ਕਰਨਾ ਹੈ ਕਿ ਇੱਕ ਟੈਸਟ ਚਾਰਜ ਲਿਆਉਣਾ ਹੈ। ਫਿਰ ਮੈਂ ਬਾਅਦ ਚ ਤੁਹਾਨੂੰ ਦੱਸਦਾ ਕਿ ਮੈਂ ਲਿਖਿਆ ਕੀ ਹੋਇਆ ਉੱਤੇ। ਉਸ ਟੈਸਟ ਚਾਰਜ ਨੂੰ ਇਨਵਾਈਟ ਕਰੋ ਕਿ ਭਾਈ ਸਾਹਿਬ ਆਓ, ਤੁਹਾਨੂੰ ਇੱਥੋਂ ਤੱਕ ਸੈਰ ਕਰਾਉਣੀ ਹੈ। ਕਹਿੰਦਾ ਭਾਈ ਦੱਸਿਓ ਵੀ ਇਹ ਕੌਣ ਹੈ? ਅਸੀਂ ਕਿ ਪੋਜ਼ਿਟਿਵ ਹੈ। ਅਸੀਂ ਕਿ ਤੂੰ ਕੌਣ ਹੈ? ਕਹਿੰਦਾ ਮੈਂ ਪੋਜ਼ਿਟਿਵ ਹਾਂ। ਅੱਛਾ, ਇੱਕ ਗੱਲ ਹੋਰ ਹੈ, ਮੈਨੂੰ ਕੁਝ ਸਟੂਡੈਂਟਸ ਇਹ ਗੱਲ ਮੈਸੇਜ ਕਰਦੇ ਰਹਿੰਦੇ ਨੇ, ਮੇ ਵੀ ਕਈਆਂ ਨੇ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਹੁੰਦੀਆਂ। ਮੈਂ ਤੁਹਾਨੂੰ ਇੱਕ ਗੱਲ ਇਹ ਦੱਸ ਚੁੱਕਿਆ ਕਿ ਆਪਾਂ ਪੋਜ਼ਿਟਿਵ ਚਾਰਜ ਕਿਉਂ ਲੈਂਦੇ ਹਾਂ ਫਿਜ਼ਿਕਸ ਦੇ ਵਿੱਚ। ਜਿੰਨੀ ਇਲੈਕਟ੍ਰੋਸਟੈਟਿਕਸ ਹੈ ਇਹਦੇ ਵਿੱਚ ਜ਼ਿਆਦਾਤਰ ਆਪਾਂ ਪੋਜ਼ਿਟਿਵ ਚਾਰਜ ਦਾ ਜ਼ਿਕਰ ਕਿਉਂ ਕਰਦੇ ਹਾਂ। ਇਹ ਸਿਰਫ ਇੱਕ ਕਨਵੈਨਸ਼ਨ ਹੈ। ਇਹਦਾ ਮਤਲਬ ਹੈ ਕਿ ਆਪਾਂ ਸਾਰੀਆਂ ਬੁੱਕਸ 'ਚ ਇੱਕ ਯੂਨੀਫਾਰਮਿਟੀ ਲਿਆਂਦੀ ਹੋਈ ਹੈ। ਜਦੋਂ ਸਾਡੇ ਕੋਲ ਪੋਜ਼ਿਟਿਵ ਚਾਰਜ ਦਾ ਬੇਟਾ ਰਿਜ਼ਲਟ ਆ ਜਾਂਦਾ ਹੈ ਤਾਂ ਉਹਦੇ ਤੋਂ ਨੈਗੇਟਿਵ ਦਾ ਆਪਾਂ ਆਪਣੇ ਆਪ ਬਣਾ ਸਕਦੇ ਹਾਂ, ਠੀਕ ਹੈ। ਤਾਂ ਇਹ ਸਾਰਿਆਂ ਵਿੱਚ ਯੂਨੀਫਾਰਮਿਟੀ ਹੈ। ਇੱਕ ਕਨਵੈਨਸ਼ਨ ਤਾਂ ਆਪਾਂ ਨੂੰ ਫੋਲੋ ਕਰਨੀ ਪੈਣੀ ਸੀ। ਜੇ ਹੁਣ ਮੰਨ ਲਓ ਕਿ ਪੰਜਾਬ ਅਲੱਗ ਕਨਵੈਨਸ਼ਨ ਫੋਲੋ ਕਰੇ, ਹਰਿਆਣਾ ਅਲੱਗ ਕਰੇ, ਜਿਹੜਾ ਆਪਣਾ ਮਹਾਰਾਸ਼ਟਰ ਉਹ ਅਲੱਗ ਕਨਵੈਨਸ਼ਨ ਕਰੇ, UK, ਯੂਨਾਈਟਿਡ ਸਟੇਟਸ, ਇਹ ਸਾਰੇ ਅਲੱਗ-ਅਲੱਗ ਸਿਸਟਮ ਫੋਲੋ ਕਰਨ ਤਾਂ ਫਿਰ ਆਪਣੇ ਕੋਲ ਨੰਬਰ ਆਫ ਰਿਜ਼ਲਟਸ ਬਹੁਤ ਹੋ ਜਾਣਗੇ। ਸੋ ਇਨ ਆਰਡਰ ਟੂ ਹੈਵ ਸਮ ਯੂਨੀਫਾਰਮਿਟੀ ਅਸੀਂ ਸਾਰੇ ਜਣੇ ਪੋਜ਼ਿਟਿਵ ਚਾਰਜ ਵਾਲੀ ਇਲੈਕਟ੍ਰੋਸਟੈਟਿਕਸ ਪੜ੍ਹਦੇ ਹਾਂ। ਐਂਡ ਜਦੋਂ ਨੈਗੇਟਿਵ ਚਾਰਜ ਆਵੇ ਤਾਂ ਜੇ ਤਾਂ ਵੈਕਟਰ ਕੁਆਂਟੀਟੀਆਂ ਹੋਣ ਤਾਂ ਆਪਾਂ ਡਾਇਰੈਕਸ਼ਨਾਂ ਨਾਲ ਦੱਸ ਦਿੰਦੇ ਹਾਂ, ਤੇ ਜੇ ਸਕੇਲਰ ਕੁਆਂਟੀਟੀਆਂ ਹੋਣ ਤੁਸੀਂ ਉਹ ਇਸ ਚੈਪਟਰ 'ਚ ਹੁਣੇ ਮੇਰੇ ਕੋਲ ਸਿੱਖ ਲਓਗੇ, ਠੀਕ ਹੈ। ਸੋ ਧਿਆਨ 'ਚ ਰੱਖਣਾ ਕਿ ਇਹ ਪੋਜ਼ਿਟਿਵ ਲੈਂਦੇ ਆ ਬਾਈ ਕਨਵੈਨਸ਼ਨ, ਸੋ ਦੈਟ ਕਿ ਆਪਾਂ ਇਹਨਾਂ ਗੱਲਾਂ ਨੂੰ ਸਮਝ ਸਕੀਏ, ਇਸ ਉਲਝਣ 'ਚ ਨਾ ਪਈਏ ਕਿ ਹੁਣ ਪੋਜ਼ਿਟਿਵ ਲੈ ਲਿਆ ਹੁਣ ਨੈਗੇਟਿਵ ਲੈ ਲਿਆ। ਤਾਂ ਮੈਂ ਇੱਕ +Q ਚਾਰਜ ਨੂੰ ਇੱਥੇ ਬਿਠਾਇਆ, ਉਹਨੂੰ ਲਿਜਾ ਕੇ ਇੱਥੇ ਲੈ ਕੇ ਜਾਣਾ ਚਾਹੁੰਦਾ ਬੇਟਾ। ਤਾਂ ਮੈਨੂੰ ਕੀ ਹੈ ਕਿ ਵਰਕ ਕਰਨਾ ਪੈਣਾ, ਵੈਰੀ ਓਬਵੀਅਸ। ਲੇਕਿਨ ਅਸੀਂ ਕੀ ਕਿਹਾ ਕਿ ਸਾਨੂੰ ਕਿਹੜਾ ਵਰਕ ਕਰਨਾ ਪਵੇ? ਮਿਨੀਮਮ ਵਰਕ। ਮਿਨੀਮਮ ਵਰਕ ਕਦੋਂ ਹੁੰਦਾ ਹੈ? ਹੁਣ ਵਰਕ ਉਦੋਂ ਮਿਨੀਮਮ ਹੁੰਦਾ ਹੈ ਜਦੋਂ ਮੈਨੂੰ ਫੋਰਸ ਮਿਨੀਮਮ ਲਾਣੀ ਪਵੇ, ਹਨਾ। ਕਿਉਂਕਿ ਵਰਕ ਜਿਹੜਾ ਉਹ ਅੱਗੋਂ ਬਰਾਬਰ ਹੁੰਦਾ ਹੈ F.S। ਐਗਰੀ ਕਰਦੇ ਹੋ ਨਾ? ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਮੈਨੂੰ ਵਰਕ ਕਰਨਾ ਪੈਣਾ ਉਹ ਉਦੋਂ ਮਿਨੀਮਮ ਹੋਏਗਾ। ਹੁਣ ਡਿਸਪਲੇਸਮੈਂਟ ਦਾ ਮੇਰਾ ਫਿਕਸ ਹੈ ਜਦੋਂ ਫੋਰਸ ਮਿਨੀਮਮ ਹੋਏਗੀ। ਹੁਣ ਮੈਨੂੰ ਮਿਨੀਮਮ ਕਿੰਨੀ ਫੋਰਸ ਲਾਉਣੀ ਪਏਗੀ ਇਹ ਤੁਸੀਂ ਸੋਚਣਾ। ਇਹਨੂੰ ਇੱਥੋਂ ਇੱਥੇ ਲੈ ਕੇ ਆਉਣ ਵਾਸਤੇ ਕਿੰਨੀ ਫੋਰਸ ਮਿਨੀਮਮ ਲਾਉਣੀ ਪਏਗੀ? ਕਿਸੇ ਨੂੰ ਐ ਤਾਂ ਨਹੀਂ ਲੱਗਦਾ ਵੀ 0 ਫੋਰਸ ਲਾਉਣੀ ਪਏਗੀ? ਫੋਰਸ ਤਾਂ ਲਾਉਣੀ ਪਏਗੀ। ਭਲਾ ਕਿਉਂ? ਕਿਉਂਕਿ ਇਹ ਵਾਲਾ ਚਾਰਜ ਇਸ ਚਾਰਜ ਨੂੰ ਕੀ ਕਰਦਾ ਹੈ? ਰਿਪੈਲ। ਮੈਂ ਜੇ ਬੇਟੇ ਇਹਨਾਂ ਨੂੰ ਮਿਲਾਦਾ ਹੈ ਕਰਕੇ ਇਦਾਂ, ਤਾਂ ਇਹ ਚਾਰਜ ਇਸ ਚਾਰਜ ਨੂੰ ਰਿਪੈਲ ਕਰ ਰਿਹਾ। ਇਹਦਾ ਮਤਲਬ ਇੱਥੇ ਉਹਦੀ ਕੋਈ ਨਾ ਕੋਈ ਫੋਰਸ ਹੈਗੀ ਹੈ। ਮੈਨੂੰ ਕਿੰਨੀ ਫੋਰਸ ਲਾਉਣੀ ਪਏਗੀ? ਫਿਜ਼ਿਕਸ ਆਪ ਚ ਆਪਾਂ ਇਹ ਗੱਲ ਕਹਿੰਦੇ ਕਿ ਜਿੰਨੀ ਇਹ ਲਾ ਰਿਹਾ ਘੱਟ ਤੋਂ ਘੱਟ ਉਨੀ। ਜਦੋਂ ਆਪਾਂ ਘੱਟ ਤੋਂ ਘੱਟ ਉਨੀ ਫੋਰਸ ਲਾਵਾਂਗੇ ਤਾਂ ਇਹਦੇ ਤੇ ਨੈਟ ਫੋਰਸ ਕਿੰਨੀ ਹੋ ਜਾਏਗੀ? 0, ਹਨਾ। ਹੁਣ ਜਦੋਂ ਸਾਡੀ ਨੈਟ ਫੋਰਸ 0 ਹੋਵੇ, ਮੈਂ ਤੁਹਾਡੇ ਸੇ ਲਿਖ ਰਿਹਾ ਬੇਟੇ ਤਾਂ ਕਿ ਤੁਹਾਨੂੰ ਇਹ ਡਾਊਟ ਨਾ ਰਹੇ। ਜਦੋਂ ਤੁਹਾਡੀ ਨੈਟ ਫੋਰਸ 0 ਹੁੰਦੀ ਹੈ ਨਾ ਤਾਂ ਫੋਰਸ ਬਰਾਬਰ ਹੁੰਦੀ ਮਾਸ ਇਨਟੂ ਐਕਸਲਰੇਸ਼ਨ। ਤੇ ਇਹਦਾ ਮਤਲਬ ਹੈ ਕਿ ਤੁਹਾਡੀ ਫਿਰ ਐਕਸਲਰੇਸ਼ਨ 0 ਹੋਊਗੀ। ਹੁਣ ਜਦੋਂ ਤੁਹਾਡੀ ਐਕਸਲਰੇਸ਼ਨ 0 ਹੋਵੇ ਉਹਦਾ ਮਤਲਬ ਵੀ ਕੀ ਹੁੰਦਾ ਹੈ? ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਰਹਿੰਦਾ, ਜਦੋਂ ਐਕਸਲਰੇਸ਼ਨ 0 ਹੋਵੇ ਇਹਦਾ ਮਤਲਬ ਪਤਾ ਕੀ? ਹੁਣ ਤੁਹਾਨੂੰ ਪਤਾ ਕਿ v ਬਰਾਬਰ ਹੁੰਦਾ ਹੈ u + et। ਜੇ ਤੁਹਾਡਾ a 0 ਹੈ, ਜੇ a 0 ਹੈ ਤੁਹਾਡਾ, ਤਾਂ ਇਹਦਾ ਮਤਲਬ ਇਹ ਹੋ ਗਿਆ ਕਿ v ਕਿਹਦੇ ਬਰਾਬਰ ਆ ਗਿਆ ਬੇਟੇ? u ਦੇ। ਸੋ ਇਹਦਾ ਮਤਲਬ ਹੈ ਕਿ ਮੈਨੂੰ ਪਤਾ ਕੀ ਕਰਨਾ ਪਏਗਾ? ਮੈਨੂੰ ਕੀ ਕਰਨਾ ਪਏਗਾ? ਇਹਨੂੰ ਬੋਲਦੇ ਨੇ ਯੂਨੀਫਾਰਮ ਮੋਸ਼ਨ ਕਰਨਾ ਪਏਗਾ। ਇਹਦਾ ਮਤਲਬ ਹੈ ਕਿ ਮੈਨੂੰ ਚਾਰਜ ਨੂੰ ਇੱਥੋਂ ਲੈ ਕੇ ਇੱਥੋਂ ਤੱਕ ਲੈ ਕੇ ਆਉਣਾ ਹੈ। ਮਿਨੀਮਮ ਵਰਕ ਉਦੋਂ ਆਏਗਾ ਜਦੋਂ ਫੋਰਸ ਮਿਨੀਮਮ ਹੋਏਗੀ। ਫੋਰਸ ਮਿਨੀਮਮ ਉਦੋਂ ਆਏਗੀ ਜਦੋਂ ਟੋਟਲ ਨੈਟ ਫੋਰਸ 0 ਰਹੇਗੀ। ਯਾਨੀ ਉਹ ਕਦੋਂ ਹੋਏਗੀ? ਜਿੰਨੀ ਫੋਰਸ ਇਹ ਵਾਲਾ ਚਾਰਜ ਇਹਦੇ ਤੇ ਲਾ ਰਿਹਾ ਹੈ ਉਨੀ ਫੋਰਸ ਹੀ ਮੈਂ ਐਕਸਟਰਨਲ ਸੋਰਸ ਅੰਦਰ ਨੂੰ ਲਾਵਾਂ, ਉਹਦੇ ਨਾਲ ਨੈਟ ਫੋਰਸ ਕਿੰਨੀ ਹੋ ਜਾਏਗੀ? 0। ਹੁਣ ਜਦੋਂ ਹਰ ਟਾਈਮ ਨੈਟ ਫੋਰਸ 0 ਕਰਨੀ ਹੈ, ਸਾਨੂੰ ਪਤਾ ਕਿ ਜਦੋਂ ਚਾਰਜ ਇੱਥੇ ਪਹੁੰਚ ਗਿਆ ਤਾਂ ਫੋਰਸ ਅੱਗੇ ਨਾਲੋਂ ਵੱਧ ਜਾਣੀ। ਸੋ ਮੈਨੂੰ ਵੀ ਫੋਰਸ ਦਾ ਅਮਾਊਂਟ ਚੇਂਜ ਕਰਨਾ ਪੈਣਾ ਸੋ ਦੈਟ ਕਿ ਹਰ ਟਾਈਮ ਉਹਨੂੰ ਕਾਊਂਟਰ ਕਰ ਸਕਾਂ। ਸੋ ਜਿਵੇਂ ਜਿਵੇਂ ਮੈਂ ਇੱਥੋਂ ਇੱਥੇ ਪਹੁੰਚਾਂਗਾ ਮੇਰੀ ਜਿਹੜੀ ਫੋਰਸ ਦਾ ਅਮਾਊਂਟ ਹੈ ਹਰ ਟਾਈਮ ਵੱਧਦਾ ਜਾਣਾ ਹੈ। ਪਰ ਕਿੰਨਾ ਵਧਣਾ ਹੈ? ਐਪਰੋਪ੍ਰੀਏਟਲੀ ਉਨਾ ਵਧਾਉਣਾ ਹੈ ਜਿੰਨੀ ਉਹ ਲਾ ਰਿਹਾ ਹੈ। ਇਹਦੇ ਨਾਲ ਕੀ ਹੋਊਗਾ ਕਿ ਮੇਰਾ ਮੋਸ਼ਨ ਜਿਹੜਾ ਹੈ ਉਹ, ਕਿਉਂਕਿ ਮੈਂ ਨੈਟ ਫੋਰਸ 0 ਕਰ ਰਿਹਾ ਤਾਂ ਮੇਰਾ ਮੋਸ਼ਨ ਕਿਵੇਂ ਦਾ ਹੋਊਗਾ? ਯੂਨੀਫਾਰਮ। ਪ੍ਰੈਕਟੀਕਲੀ ਸਪੀਕਿੰਗ ਇਹ ਕੰਮ ਕਿਵੇਂ ਕੀਤੇ ਜਾਂਦੇ ਨੇ? ਜਦੋਂ ਤੁਸੀਂ ਇੱਥੋਂ ਇੱਥੇ ਮੂਵ ਤਾਂ ਕਰੋ ਲੇਕਿਨ ਤੁਹਾਡੀ ਜਿਹੜੀ ਸਪੀਡ ਨਿਗਲੀਜੀਬਲ ਹੋਵੇ, ਬੜੀ ਸਲੋ ਲੈ ਕੇ ਜਾਓ, ਤਾਂ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਯਾਰ ਹੁਣ ਤੁਹਾਨੂੰ ਮਿਨੀਮਮ ਵਰਕ ਕਰਨਾ ਪਏਗਾ, ਠੀਕ ਹੈ। ਇਜ਼ ਦੈਟ ਓਕੇ? ਹੁਣ ਕੋਈ ਮਿਨੀਮਮ ਕੁਆਂਟੀਟੀ ਤਾਂ ਆਪਾਂ ਡਿਫਾਈਨ ਕਰਨੀ ਪਏਗੀ ਨਾ, ਜ਼ਿਆਦਾ ਤਾਂ ਜਿੰਨਾ ਮਰਜ਼ੀ ਕਰ ਲਓ। ਸੋ ਦਿਸ ਇਜ਼ ਮਿਨੀਮਮ ਵਰਕ ਨੀਡਡ ਟੂ ਬੀ ਡਨ ਬਾਈ ਐਨ ਐਕਸਟਰਨਲ ਫੋਰਸ ਜਿਹੜੀ ਆਪਾਂ ਲਾਉਣੀ ਹੈ ਇਨ ਮੂਵਿੰਗ ਅ ਟੈਸਟ ਚਾਰਜ ਫਰੋਮ B to A। ਇਜ਼ ਦੈਟ ਓਕੇ? ਸੋ ਮੈਂ ਕੀ ਕਰਨਾ ਹੈ ਕਿ ਇੱਕ ਟੈਸਟ ਚਾਰਜ ਨੂੰ B ਤੋਂ ਲੈ ਕੇ A ਤੱਕ ਮੂਵ ਕਰਨਾ ਹੈ। ਜਿੰਨੀ ਫੋਰਸ, ਜਿੰਨਾ ਵਰਕ ਮੈਨੂੰ ਕਰਨਾ ਪਏਗਾ, ਹੁਣ ਮੈਂ ਇੱਥੇ ਲਿਖ ਦੇਣਾ F ਐਕਸਟਰਨਲ, ਯਾਨੀ ਕਿ ਜਿਹੜੀ ਫੋਰਸ ਮੈਂ ਲਾ ਰਿਹਾ, ਮੇਰੀ ਫੋਰਸ ਐਨ ਹੋਈ ਬੇਟੇ, ਮੇਰਾ ਡਿਸਪਲੇਸਮੈਂਟ ਜਿਹੜਾ ਉਹ ਵੀ ਐਨ, ਹੁਣ ਮੈਂ dr ਕਹਿ ਦਿੰਦਾ ਇੱਧਰ ਨੂੰ, ਹੈ ਨਾ, ਡਾਟ dr।
ਇਹ ਜਿਹੜੀ ਵੀ ਫੋਰਸ ਲਾ ਰਹੇ ਹਾਂ ਇਹਨੂੰ ਅਸੀਂ ਬੋਲਾਂਗੇ ਜਿਹੜਾ ਇਹ ਵਰਕ ਹੈ, ਇਹ ਵਰਕ ਇੱਕ ਗੱਲ ਪੱਕੀ ਕਿ ਜਿਹੜੀ F ਐਕਸਟਰਨਲ ਹੈ ਉਹ ਜਿਹੜੀ ਮੇਰਾ ਇਹ ਵੈਨ ਡੀ ਗ੍ਰਾਫ ਜਨਰੇਟਰ ਲਾ ਰਿਹਾ ਇਹਨੂੰ ਮੈਂ VAN ਕਹਿ ਦੇਣਾ। ਉਹਨੇ ਕੀ ਹੋਣੀ ਚਾਹੀਦੀ, ਇਕੁਅਲ ਐਂਡ ਆਪੋਜ਼ਿਟ, ਜਾਂ ਕਹਿ ਦੋ ਸੋਰਸ ਦੇ ਇਕੁਅਲ ਐਂਡ ਆਪੋਜ਼ਿਟ ਹੋਣੀ ਚਾਹੀਦੀ। ਸੋ ਤੁਸੀਂ ਇਹਨੂੰ ਐ ਵੀ ਲਿਖ ਸਕਦੇ ਹੋ ਤੇ ਇਹਨੂੰ ਐ ਵੀ ਲਿਖ ਸਕਦੇ ਹੋ ਕਿ ਇੱਥੇ ਮਾਈਨਸ ਦਾ F ਵੈਨ ਡੀ ਗ੍ਰਾਫ ਪਾ ਦਿਓ, ਜਾਂ ਅਗੇਨ ਤੁਸੀਂ ਸੋਰਸ ਵੀ ਪਾ ਸਕਦੇ ਹੋ, ਡਸਨਟ ਮੈਟਰ। ਮੇਰਾ ਕੰਮ ਤੁਹਾਨੂੰ ਕਨਸੈਪਟ ਸਮਝਾਉਣਾ ਹੈ। ਤੁਸੀਂ ਕੱਲੇ ਲੈਕਚਰ ਤੇ ਡਿਪੈਂਡੈਂਟ ਕਦੀ ਨਹੀਂ ਰਹਿਣਾ, ਨੋਟਸ ਤੇ ਵੀ ਡਿਪੈਂਡੈਂਟ ਨਹੀਂ ਰਹਿਣਾ। ਸਭ ਤੋਂ ਵਧੀਆ ਨੇ ਬੁੱਕਸ ਤੋਂ ਪੜ੍ਹੋ ਜਿੰਨਾ ਜ਼ਿਆਦਾ ਹੋ ਸਕੇ, ਠੀਕ ਹੈ। ਸੋ ਇਹ ਮਾਈਨਸ ਦਾ ਸਾਈਨ ਆਪਾਂ ਤਾਂ ਪਾਇਆ ਕਿਉਂਕਿ ਇਹਦੀ ਵੈਲਿਊ ਭਰੀ ਬੇਟੇ, ਇਹਦੀ ਵੈਲਿਊ ਆਹ ਹੈ। ਹੁਣ ਜਿਹੜਾ ਇਹ ਵਰਕ ਹੈ ਫਰੋਮ B to A, ਇਸੇ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਹੁਣ ਪੋਟੈਂਸ਼ੀਅਲ એનર્ਜੀ ਡਿਫਰੈਂਸ। ਹੁਣ ਪੋਟੈਂਸ਼ੀਅਲ એનર્ਜੀ ਡਿਫਰੈਂਸ ਵੀ ਕਿਹੜਾ ਆਪਾਂ ਨੂੰ ਪਤਾ ਹੈ ਕਿ ਇੱਥੇ ਜਾ ਕੇ એનર્ਜੀ ਜ਼ਿਆਦਾ ਹੋ ਜਾਣੀ ਹੈ, ਇੱਥੇ ਕੀ ਹੋਏਗੀ ਘੱਟ, ਤਾਂ ਆਪਾਂ ਇਹਨੂੰ ਲਿਖ ਸਕਦੇ ਹਾਂ UA ਮਾਈਨਸ UB। ਸੋ ਬੇਟੇ ਇਹ ਆਪਣੇ ਕੋਲ ਜਿਹੜਾ ਸਾਡਾ ਪਹਿਲਾ ਫਾਰਮੂਲਾ ਇਸ ਚੈਪਟਰ ਦਾ ਤਿਆਰ ਹੈ, ਐਂਡ ਆਪਾਂ ਇਹਦੀ ਡੈਰੀਵੇਸ਼ਨ ਵੀ ਕਰ ਸਕਦੇ ਹਾਂ, ਬਟ ਇਹ ਤੁਹਾਡੇ ਸਿਲੇਬਸ 'ਚ ਹੁਣ ਨਹੀਂ ਹੈਗੀ। ਸੋ ਦਿਸ ਇਜ਼ ਪੋਟੈਂਸ਼ੀਅਲ એનર્ਜੀ ਡਿਫਰੈਂਸ। ਅਗਲੀ ਗੱਲ ਕਰਾਂਗੇ ਹੁਣ ਜਿਹੜੇ ਆਹ ਦੋ ਪੁਆਇੰਟ ਨੇ, ਇਹ ਦੋਨੋਂ ਪੁਆਇੰਟ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਫੀਲਡ ਦੇ ਵਿੱਚ ਨੇ, ਲੇਕਿਨ ਜਿਹੜੇ ਇਹ ਆਪਣੇ ਦੋਨੇ ਪੁਆਇੰਟ ਨੇ, ਜੇ ਇਹਨਾਂ ਵਿੱਚੋਂ ਇੱਕ ਪੁਆਇੰਟ ਮੈਂ ਇਨਫਿਨਿਟੀ ਤੇ ਲੈ ਜਾ, ਇਨਫਿਨਿਟੀ ਯਾਦ ਕੀ ਹੁੰਦੀ ਸੀ ਵੀ ਇਹਦੇ ਫੀਲਡ ਤੋਂ ਬਾਹਰ, ਜਦੋਂ ਆਪਾਂ ਇਹਦੇ ਫੀਲਡ ਤੋਂ ਬਾਹਰ ਲੈ ਗਏ, ਹੁਣ ਉਸ ਬਾਹਰ ਜਿੱਥੇ ਲੈ ਗਏ ਉੱਥੇ ਇਹਦਾ ਕੋਈ ਵਰਕ ਨਹੀਂ ਹੋ ਰਿਹਾ ਬੇਟੇ, ਇਹ ਕੋਈ ਉਹਦੇ ਤੇ ਫੋਰਸ ਨਹੀਂ ਲਾ ਰਿਹਾ। ਜੇ ਉਹਦੇ ਤੇ ਕੋਈ ਫੋਰਸ ਨਹੀਂ ਲਾ ਰਿਹਾ ਤੇ ਜੇ ਫੋਰਸ ਜ਼ੀਰੋ ਹੈ ਤਾਂ ਫਿਰ ਉੱਥੇ ਵਰਕ ਵੀ ਕਿੰਨਾ ਹੋ ਰਿਹਾ, ਜ਼ੀਰੋ ਹੋ ਰਿਹਾ। ਇਹਦਾ ਮਤਲਬ ਉਸ ਜਗ੍ਹਾ ਤੇ ਆਪਾਂ એનર્ਜੀ ਕਿੰਨੀ ਕਹਿ ਸਕਦੇ ਹਾਂ, ਇਹਦੇ ਰਿਲੇਟਿਵਲੀ ਜ਼ੀਰੋ। ਸੋ ਇਹ ਇਨ ਦੈਟ ਕੇਸ ਅਸੀਂ ਕੀ ਬੋਲਾਂਗੇ ਵੀ ਜਿਹੜਾ ਸਾਡਾ ਜੇ B ਪੁਆਇੰਟ ਇਨਫਿਨਿਟੀ ਤੇ ਚਲਾ ਜਾਵੇ, ਜੇ ਇਫ ਮੈਂ ਇੱਥੇ ਲਿਖਦਾ ਇਫ B ਜਿਹੜਾ ਹੈ ਉਹ ਇਜ਼ ਐਟ ਇਨਫਿਨਿਟੀ, ਮੈਨੇ ਬਹੁਤ ਦੂਰ ਹੈ, ਤਾਂ ਫਿਰ ਇਹ ਫਾਰਮੂਲਾ ਕੀ ਬਣ ਜਾਏਗਾ, ਫਿਰ ਅਸੀਂ ਐਂ ਕਹਾਂਗੇ ਕਿ ਜਿਹੜਾ ਵਰਕ ਹੈ ਫਰੋਮ ਇਨਫਿਨਿਟੀ ਟੂ A ਤੱਕ ਹੋ ਗਿਆ ਹੈ ਨਾ। ਇਨਫਿਨਿਟੀ ਟੂ ਮਤਲਬ ਅਸੀਂ ਇਨਫਿਨਿਟੀ ਤੋਂ A ਪੁਆਇੰਟ ਤੱਕ ਲੈ ਕੇ ਗਏ, ਫਿਰ ਜਿਹੜਾ ਵਰਕ ਆਏਗਾ ਨੈਗੇਟਿਵ ਆਫ, ਨੈਗੇਟਿਵ ਲਿਖਣਾ ਹੈ ਜਾਂ ਜੇ ਤੁਸੀਂ ਐਕਸਟਰਨਲ ਲਿਖਣਾ ਜਿਹੜਾ ਮਰਜ਼ੀ ਲਿਖ ਲਓ ਆਹ। ਐਂਡ ਸਵਾਦ ਪਤਾ ਕਿਸ ਗੱਲ ਦਾ, ਤੁਹਾਨੂੰ ਇਹ ਵੀ ਸਮਝ ਆਇਆ ਹੋਵੇ ਤੇ ਇਹ ਵੀ ਸਮਝ ਆਇਆ ਹੋਵੇ, ਤੁਹਾਨੂੰ ਇਹ ਸਮਝ ਹੋਵੇ ਕਿ ਵਰਕ ਮੈਂ ਕਰ ਰਿਹਾ ਤਾਂ ਇਸ ਕਰਕੇ ਮੈਂ ਆਹ ਵਾਲਾ ਵਰਕ ਪਾ ਰਿਹਾ, ਤੇ ਫਿਰ ਤੁਹਾਨੂੰ ਇਹ ਵੀ ਸਮਝ ਆਉਣੀ ਚਾਹੀਦੀ ਵੀ ਇੱਥੇ ਨੈਗੇਟਿਵ ਕਿਉਂ ਪਾਇਆ, ਕਿ ਜੇ ਮੈਂ ਵੈਨ ਡੀ ਗ੍ਰਾਫ ਜਨਰੇਟਰ ਵਾਲੀ ਫੋਰਸ ਇੱਥੇ ਭਰਨਾ ਚਾਹੁੰਦਾ ਜਾਂ ਸੋਰਸ ਵਾਲੀ ਫੋਰਸ ਭਰਨਾ ਚਾਹੁੰਦਾ ਤਾਂ ਇਹਦੇ ਤੋਂ ਕੀ ਇਕੁਅਲ ਐਂਡ ਆਪੋਜ਼ਿਟ ਹੈ, ਠੀਕ ਹੈ। ਤਾਂ ਇਹ ਜਿਹੜਾ ਹੈ ਇਹਨੂੰ ਆਪਾਂ ਕੀ ਲਿਖਾਂਗੇ UA ਮਾਈਨਸ ਇਧਰਲੀ ਸਾਈਡ ਤੇ ਕੀ ਜ਼ੀਰੋ। ਸੋ ਜੇ ਤੁਹਾਨੂੰ ਕੋਈ ਕਹੇ ਕਿ ਪੋਟੈਂਸ਼ੀਅਲ એનર્ਜੀ ਐਟ ਏ ਪੁਆਇੰਟ ਕੀ ਹੈ, ਪੋਟੈਂਸ਼ੀਅਲ એનર્ਜੀ ਐਟ ਏ ਪੁਆਇੰਟ, ਜਿਵੇਂ ਇੱਥੇ ਬਿਟਵੀਨ ਟੂ ਪੁਆਇੰਟ ਸੀ ਨਾ, ਜੇ ਮੈਨੂੰ ਕੋਈ ਬੋਲੇ ਕਿ ਇੱਥੇ ਪੋਟੈਂਸ਼ੀਅਲ એનર્ਜੀ ਕਿੰਨੀ ਹੋਏਗੀ, ਤੇ ਮੈਂ ਬੋਲਾਂਗਾ ਟੈਸਟ ਚਾਰਜ ਨੂੰ ਕਹੋ ਕਿ ਭਾਈ ਸਾਹਿਬ ਤੁਸੀਂ ਐਂ ਕਰੋ ਇਨਫਿਨਿਟੀ ਤੋਂ ਸ਼ੁਰੂ ਹੋ ਜਾਓ, ਇਨਫਿਨਿਟੀ ਤੇ ਤੁਹਾਡਾ ਇਹਦੇ ਤੇ ਕੋਈ ਅਸਰ ਨਹੀਂ ਹੋਗਾ, ਤੁਹਾਡੀ ਉੱਥੇ એનર્ਜੀ ਅਸੀਂ ਜ਼ੀਰੋ ਲੈ ਲੈਣੀ ਹੈ, ਰੈਫਰੈਂਸ ਹੈ ਯਾਰ। ਤੁਸੀਂ ਇਹਨੂੰ ਐਂ ਕਿਹਾ ਕਰੋ ਵੀ ਉੱਥੇ ਰੈਫਰੈਂਸ એનર્ਜੀ ਜ਼ੀਰੋ ਹੈ, ਉਸ ਜ਼ੀਰੋ ਲੈਵਲ ਤੋਂ ਅਸੀਂ ਜਦੋਂ ਇੱਥੋਂ ਤੱਕ ਆਵਾਂਗੇ ਜਿੰਨਾ ਵਰਕ ਸਾਨੂੰ ਕਰਨਾ ਪਏਗਾ ਫਰੋਮ ਇਨਫਿਨਿਟੀ ਟੂ ਦਿਸ ਪੁਆਇੰਟ, ਉਹਨੂੰ ਅਸੀਂ ਇਸ ਪੁਆਇੰਟ ਦੀ ਪੋਟੈਂਸ਼ੀਅਲ એનર્ਜੀ ਬੋਲ ਦੇਣੀ। ਇਜ਼ ਦੈਟ ਓਕੇ? ਤਾਂ ਹੁਣ ਅਗਲੇ ਟੌਪਿਕ ਤੇ ਆਪਾਂ ਜਾਂਦੇ ਹਾਂ। ਅਗਲਾ ਟੌਪਿਕ ਜਿਹੜਾ ਵੈਰੀ ਇੰਪੋਰਟੈਂਟ ਉਹ ਇਹ ਹੈ ਕਿ ਜਿਹੜੀ ਇਲੈਕਟ੍ਰੋਸਟੈਟਿਕ ਫੋਰਸ ਹੈ ਨਾ, ਇਹ ਕੰਜ਼ਰਵੇਟਿਵ ਹੁੰਦੀਆਂ ਨੇ, ਠੀਕ ਹੈ। ਹੁਣ ਕੰਜ਼ਰਵੇਟਿਵ ਦਾ ਮਤਲਬ ਕੀ ਹੈ, ਇਹਨੂੰ ਸਮਝ ਲਓ। electrostatic forces, the force is a conservative force। ਹੁਣ ਤੁਹਾਨੂੰ ਪਤਾ ਕਿ ਕੰਜ਼ਰਵੇਟਿਵ ਫੋਰਸ ਕੀ ਹੁੰਦੀ ਹੈ, ਕੰਜ਼ਰਵੇਟਿਵ ਫੋਰਸ ਉਹ ਹੁੰਦੀ ਹੈ ਕਿ ਜਿੰਦੇ ਵੱਲੋਂ ਵਰਕ ਕੀਤਾ ਜਿਹੜਾ ਜਾਵੇ ਨਾ ਤੇ ਪਾਥ ਤੇ ਡਿਪੈਂਡ ਨਾ ਕਰੇ, ਯਾਨੀ ਕਿ ਵਰਕ ਡਨ ਬਾਈ ਵਿਚ is independent of path followed, independent of path followed, ठीक है। ਕੀ ਮਤਲਬ ਹੋਇਆ, ਫੋਰ ਐਗਜ਼ਾਮਪਲ ਅਗੇਨ ਆਪਾਂ +1 'ਚ ਇਹ ਗੱਲ ਪੜ੍ਹੀ ਹੈ ਪਹਿਲਾਂ ਕਿ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਉਹ ਕੰਜ਼ਰਵੇਟਿਵ ਹੁੰਦੀ ਹੈ। ਵੈਸੇ ਮੈਂ ਗੱਲ ਕਰਾਂ, ਗੱਲ ਬੜੀ ਸਿੰਪਲ ਜੀ ਹੈ ਕਿ ਗ੍ਰੈਵਿਟੇਸ਼ਨਲ ਫੋਰਸ ਦਾ ਤੁਹਾਨੂੰ ਫਾਰਮੂਲਾ ਯਾਦ ਹੈ ਕਿਸੇ ਨੂੰ, ਆ ਹੁੰਦਾ ਸੀ। ਸਿਮਿਲਰਲੀ ਇਲੈਕਟ੍ਰੋਸਟੈਟਿਕ ਫੋਰਸ ਦਾ ਫਾਰਮੂਲਾ ਹੁਣ ਕੀ ਹੈ, K(Q1Q2)/r²। ਇਹ ਦਿਸ ਵਾਸ ਇਹ ਇਲੈਕਟ੍ਰੋਸਟੈਟਿਕ, ਇਹ ਗ੍ਰੈਵਿਟੇਸ਼ਨਲ ਫੋਰਸ ਸੀਗੀ। ਦੋਨੇ ਵਿੱਚ ਇਨਵਰਸ ਸਕੁਅਰ ਲਾਉਂਦਾ ਸੀਗਾ, ਐਂਡ ਦੋਨਾਂ ਦੇ ਵਿੱਚ ਆਪਾਂ ਇਹ ਗੱਲ ਪ੍ਰੂਵ ਕੀਤੀ ਸੀ ਕਿ ਕੰਜ਼ਰਵੇਟਿਵ ਹੁੰਦੀਆਂ ਨੇ, ਕਿਵੇਂ ਪਾਥ ਤੇ ਨਹੀਂ ਡਿਪੈਂਡ ਕਰਦੀਆਂ। ਯਾਦ ਕਰੋ ਕਿ ਸਲੈਂਟ ਮਤਲਬ ਇਦਾਂ ਕੋਈ ਚੀਜ਼ ਨੀਚੇ ਡਿੱਗਦੀ ਪਈ ਹੈ, ਫਿਰ ਉਹ ਸਟੇਅਰਸ ਤੋਂ ਡਿੱਗਦੀ ਪਈ ਹੈ, ਹਰ ਟਾਈਮ ਤੁਹਾਡਾ ਜਿਹੜਾ એનર્ਜੀ ਸੀਗੀ ਉਹ એનર્ਜੀ ਡਿਫਰੈਂਸ ਜਿਹੜਾ ਸੀ ਉਹ ਕੀ ਆਉਂਦਾ ਸੀ, ਸੇਮ ਆਉਂਦਾ ਸੀਗਾ ਨਾ, ਯਾਨੀ ਕਿ ਸਾਡਾ ਵਰਕ ਪਾਥ ਤੇ ਡਿਪੈਂਡ ਨਹੀਂ ਕਰਦਾ ਸੀਗਾ। ਇੱਕ ਤਰੀਕਾ ਹੋਰ ਵੀ ਹੈ ਬੇਟੇ ਇਸੇ ਚੀਜ਼ ਨੂੰ ਪ੍ਰੂਵ ਕਰਨ ਦਾ, ਉਹ ਕੀ ਹੈ ਕਿ ਅਸੀਂ ਕਿਸੇ ਵੀ ਫੋਰਸ ਨੂੰ ਜੇ ਕੰਜ਼ਰਵੇਟਿਵ ਕਹਿਣਾ ਹੈ ਤੇ ਅਸੀਂ ਕਹਿ ਕੇ ਉਹਦਾ ਵਰਕ ਪਾਥ ਤੇ ਡਿਪੈਂਡ ਨਹੀਂ ਕਰਦਾ, ਇੰਡੀਪੈਂਡੈਂਟ ਆਫ ਪਾਥ ਫੋਲੋਡ ਹੈ।
ਇਹਦਾ ਮਤਲਬ ਇਹ ਹੈ ਕਿ ਜੇ ਮੈਂ ਕਿਸੇ ਸੋਰਸ ਚਾਰਜ ਦੇ ਫੀਲਡ ਦੇ ਵਿੱਚ B ਪੁਆਇੰਟ ਤੋਂ A ਪੁਆਇੰਟ ਤੱਕ ਮੰਨ ਲਓ ਕਿ ਆਲਾ ਪਾਥ ਲੈ ਕੇ ਜਾਵਾਂ ਵਾਇਆ ਇਦਾਂ ਇਹ ਵਾਲੇ ਪਾਥ ਤੇ, ਮੰਨ ਲਓ ਇਹਦਾ ਨਾਮ ਕੁਝ ਰੱਖ ਦਿੰਦੇ ਆ, ਸੇ L ਪਾਥ ਰੱਖ ਦਿੰਦੇ ਆ, ਤੇ ਫਿਰ ਇੱਥੋਂ ਇਦਾਂ ਵਾਪਿਸ ਆ ਜਾ ਕੁਆਇਟ ਇਹਦਾ ਨਾਮ ਆਪਾਂ M ਪਾਥ ਰੱਖ ਦਿੰਦੇ ਆ। ਤੇ ਜਿਹੜਾ ਵਰਕ ਆਪਾਂ ਨੂੰ ਇੱਥੋਂ ਇੱਥੇ ਜਾਣ ਲਈ ਕਰਨਾ ਪਏਗਾ ਹਨਾ, ਪਹਿਲਾਂ ਤਾਂ ਆਪਾਂ ਨੇ ਪਹਿਲਾਂ ਕਰਨਾ, ਦੂਜੀ ਵਾਰੀ ਨੇ ਆਪੇ ਭੇਜ ਦੇਣਾ। ਤਾਂ ਵਰਕ ਦੀ ਨੇਚਰ ਕੀ ਹੋਏਗੀ, ਆਪਾਂ ਨੂੰ ਪਤਾ ਹੈ ਕਿ ਆਪਾਂ ਜੇ ਇੱਕ ਪਾਸੇ ਨੂੰ ਮੂਵ ਕਰੀ ਤਾਂ ਆਪਾਂ ਨੂੰ ਜੇ ਪੋਜ਼ਿਟਿਵ ਵਰਕ ਕਹਿੰਦੇ ਆ ਤਾਂ ਫਿਰ ਆਹ ਵਾਲਾ ਕਿਹੜਾ ਵਰਕ ਹੋ ਜਾਏਗਾ, ਉਹਦੇ ਰਿਲੇਟਿਵਲੀ ਨੈਗੇਟਿਵ ਵਰਕ ਹੋ ਜਾਏਗਾ ਨਾ। ਸੋ ਮੈਨੂੰ ਜੇ ਤੁਸੀਂ ਕਹੋ ਵੀ ਸਰ ਇੱਥੋਂ ਲੈ ਕੇ ਇੱਥੋਂ ਤੱਕ ਦਾ ਕਿੰਨਾ ਵਰਕ ਹੋਗਾ, ਮੈਂ ਬੋਲਾਂਗਾ WBA ਇਹਨੂੰ ਬਰਾਬਰ ਕਿੰਨੇ ਹੋਏਗਾ, ਉਹ ਹੋਏਗਾ ਪੋਟੈਂਸ਼ੀਅਲ એનર્ਜੀ ਡਿਫਰੈਂਸ ਬਿਟਵੀਨ A ਐਂਡ B, ਇਹ ਨੰਬਰ 1 ਪਾ। ਐਂਡ ਜੇ ਤੁਸੀਂ ਕਹੋ ਕਿਉਂਕਿ ਪਾਥ L ਲਿਆ ਤਾਂ ਆਪਾਂ ਇੱਥੇ ਪਾਥ ਆ ਪਾ ਦੇਣਾ, ਯਾਨੀ ਕਿ B ਤੋਂ A ਗਏ ਤਾਂ ਹੈਗੇ ਵਾਇਆ ਪਾਥ L ਗਏ ਆ। ਫਿਰ ਜੇ ਤੁਸੀਂ ਵਾਪਿਸ ਆਓ ਇਹ ਵਾਲੇ ਪਾਥ ਤੇ ਤਾਂ ਫਿਰ ਤੁਸੀਂ ਕਹੋਗੇ ਸਰ ਹੁਣ ਜਿਹੜਾ ਵਰਕ ਹੋਇਆ ਉਹ ਕਿੱਥੋਂ ਹੋਇਆ, A ਤੋਂ M, M ਤੋਂ ਕੀ ਬੇਟਾ B ਆ ਗਏ, ਤੇ ਇਹ ਵਾਲਾ ਵਰਕ ਕਿੰਨੇ ਬਰਾਬਰ ਹੋਊਗਾ, ਹੁਣ ਆ ਵਾਲੀ ਪੋਟੈਂਸ਼ੀਅਲ એનર્ਜੀ ਡਿਫਰੈਂਸ ਦੇ ਫਾਈਨਲ ਮਾਈਨਸ ਇਨੀਸ਼ੀਅਲ ਸਟੇਜ ਹਨਾ। ਜੇ ਤੁਸੀਂ ਇਹਨਾਂ ਦੋਹਾਂ ਨੂੰ ਜੋੜ ਦਿਓ, ਟੋਟਲ ਵਰਕ ਕੱਢਣਾ ਚਾਹੋ, ਇੱਥੋਂ ਚੱਲੇ ਸੀ ਇੱਥੇ ਹੀ ਵਾਪਿਸ ਆ ਗਏ ਲੇਕਿਨ ਦੋ ਡਿਫਰੈਂਟ ਪਾਥ ਤੋਂ, ਯਾਨੀ ਕਿ ਕਲੋਜ਼ਡ ਪਾਥ ਹੈ, ਤਾਂ ਸਾਡਾ ਟੋਟਲ ਵਰਕ ਕਿੰਨਾ ਆ ਗਿਆ, ਤੁਸੀਂ A ਤੋਂ ਗਏ ਪਹਿਲਾਂ B ਤੋਂ ਗਏ ਪਹਿਲਾਂ A, ਫਿਰ A ਤੋਂ ਫਿਰ ਦੁਬਾਰਾ ਕਿੱਥੇ ਆ ਗਏ B ਤੇ ਆ ਗਏ, ਆਫ ਕੋਰਸ ਵਾਇਆ ਪਾਥ ਅਲੱਗ-ਅਲੱਗ ਆਏ, ਲੇਕਿਨ ਜਦੋਂ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਜੋੜੋਗੇ ਬੇਟੇ ਤੇ ਆਨਸਰ ਕਿੰਨਾ ਆਏਗਾ 0। ਸੋ ਜਿਹੜੀਆਂ ਕੰਜ਼ਰਵੇਟਿਵ ਫੋਰਸਿਸ ਹੁੰਦੀਆਂ ਨੇ ਉਹਨਾਂ ਦੀ ਇੱਕ ਡੈਫੀਨੇਸ਼ਨ ਹੋਰ ਹੈ ਕਿ ਕਲੋਜ਼ਡ ਪਾਥ ਤੇ ਉਹ ਕੋਈ ਵੀ ਵਰਕ ਨਹੀਂ ਕਰਦੀਆਂ, ਮਤਲਬ ਜਿੰਨਾ ਇੱਕ ਇਧਰ ਇਹ ਵਾਲਾ ਵਰਕ ਹੋਏਗਾ ਉਹਦੇ ਆਪੋਜ਼ਿਟ ਦੂਜੀ ਸਾਈਡ ਤੇ ਵਰਕ ਹੋ ਜਾਊਗਾ, ਟੋਟਲ ਵਰਕ ਕਿੰਨਾ ਰਹੇਗਾ 0। ਫੋਰ ਐਗਜ਼ਾਮਪਲ ਮੈਂ ਹੁਣ ਉੱਪਰ ਜਦ ਮੈਂ ਜਿਵੇਂ ਮੈਂ ਨੀਚੇ ਜਾਵਾਂਗਾ, ਹੁਣ ਮੈਂ ਵਰਕ ਕਰਕੇ ਉੱਪਰ ਆਇਆ, ਜਦੋਂ ਮੈਂ ਨੀਚੇ ਜਾਵਾਂਗਾ ਤਾਂ ਮੇਰਾ ਵਰਕ ਟੋਟਲ ਕਿੰਨਾ ਹੋ ਜਾਏਗਾ 0 ਕਲੋਜ਼ ਪਾਥ ਤੇ, ਕਿਉਂਕਿ ਫੋਰਸ ਕੰਜ਼ਰਵੇਟਿਵ ਹੈ। ਇਹਨਾਂ ਸਾਰੇ ਕੇਸਿਸ 'ਚ ਜਦੋਂ ਮੈਂ ਤੁਹਾਡੇ ਨਾਲ ਉਦੋਂ +1 'ਚ ਵੀ ਆਪਾਂ ਗੱਲਾਂ ਕਰਦੇ ਸੀ ਤਾਂ ਉਹ ਫ੍ਰਿਕਸ਼ਨ ਨੂੰ ਆਪਾਂ ਐਬਸੈਂਟ ਲੈ ਕੇ ਚੱਲਦੇ ਹਾਂ ਕਿ ਫ੍ਰਿਕਸ਼ਨ ਨਹੀਂ ਹੈਗੀ, ਠੀਕ ਹੈ। ਤਾਂ ਇਹ ਧਿਆਨ 'ਚ ਰੱਖਣਾ ਕਿ ਪਾਥ ਤੇ ਡਿਪੈਂਡੈਂਸ ਨਹੀਂ ਹੁੰਦੀ ਇਹਨਾਂ ਦੀ, ਓਕੇ। ਸੋ ਅਗਲੇ ਟੌਪਿਕ ਵੱਲ ਮੂਵ ਕਰਾਂਗੇ ਬੇਟੇ। ਅਗਲੇ ਟੌਪਿਕ ਦਾ ਨਾਮ ਹੈ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸ। ਹੁਣ ਪੋਟੈਂਸ਼ੀਅਲ એનર્ਜੀ ਹੈ, ਅਗਲਾ ਟੌਪਿਕ ਹੈ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸ। ਸੋ ਮੈਂ ਇਹਨੂੰ ਇਰੇਜ਼ ਕਰਦਾ ਫਿਰ। ਸੋ ਅਗਲਾ ਟੌਪਿਕ ਬੇਟਾ ਤੁਹਾਡੇ ਕੋਲ ਹੈਗਾ, ਆਪਾਂ ਹੁਣ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਡਿਫਰੈਂਸ ਪੜ੍ਹਨ ਲੱਗੇ ਆ। ਆਫ ਕੋਰਸ ਪੋਟੈਂਸ਼ੀਅਲ ਦੇ ਨੇੜੇ ਪਹੁੰਚ ਰਹੇ ਹਾਂ। ਵਾਈ ਦਿਸ ਟੌਪਿਕ, ਤਾਂ ਇਹ ਤੋਂ ਪਹਿਲਾਂ ਆਪਾਂ ਇਹ ਗੱਲ ਕੀਤੀ ਕਿ ਆਪਣੇ ਕੋਲ ਇੱਕ ਆ ਚਾਰਜ ਹੈ ਸਮਾਲ q, ਇੱਕ ਕੈਪੀਟਲ Q ਚਾਰਜ ਹੈ, ਇਹਨਾਂ ਦੋਨਾਂ ਦੇ ਵਿਚਕਾਰ ਫੋਰਸ ਹੈ। ਸੋ ਜਿਹੜੀ ਇਹ ਵਾਲੀ ਫੋਰਸ ਲਿਖੀ ਹੋਈ ਹੈ ਉਹ ਇਹਨਾਂ ਦੋਨਾਂ ਚਾਰਜਸ ਤੇ ਡਿਪੈਂਡ ਕਰਦੀ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਪੋਟੈਂਸ਼ੀਅਲ એનર્ਜੀ ਹੈ ਉਹਦੇ ਵਿੱਚ ਇਨਵੋਲਵਮੈਂਟ ਉਹਦੀ ਵੀ ਹੈ ਤੇ ਇਹਦੀ ਵੀ ਹੈ ਨਾ, ਇਹਦੀ ਜਗ੍ਹਾ ਤੇ ਜੇ ਮੰਨ ਲਓ ਮੈਂ ਕੋਈ ਹੋਰ ਚਾਰਜ ਲਿਆ ਹੁੰਦਾ, ਮੰਨ ਲਓ ਕਿ ਜਿਵੇਂ ਮੇਰੇ ਕੋਲ ਆ ਹੈਂਡ ਹੈਲਡ ਹੈ, ਇਹਦੇ ਤੇ ਵੀ ਚਾਰਜ ਹੁੰਦਾ ਆਪਾਂ ਨੂੰ ਪਤਾ, ਇਹਨੂੰ ਮੈਂ ਨੇੜੇ ਲੈ ਕੇ ਜਾਂਦਾ ਤਾਂ ਇਹਦੇ ਕਰਕੇ ਉਹਨਾਂ ਦੋਨੋਂ ਪੁਆਇੰਟਾਂ ਤੇ ਹੀ ਜਿਹੜਾ ਪੋਟੈਂਸ਼ੀਅਲ એનર્ਜੀ ਦਾ ਡਿਫਰੈਂਸ ਆਉਂਦਾ ਉਹ ਅਲੱਗ ਆਉਂਦਾ। ਕਿਉਂ ਅਲੱਗ ਆਉਂਦਾ, ਕਿਉਂਕਿ ਫੋਰਸ ਚੇਂਜ ਹੋ ਜਾਣੀ ਸੀ, ਸਮਝੋ ਨਾ। ਤਾਂ ਇਹਦਾ ਮਤਲਬ ਹੈ ਕਿ ਜਿਹੜੀ ਪੋਟੈਂਸ਼ੀਅਲ એનર્ਜੀ ਹੁੰਦੀ ਹੈ ਉਹ ਕਿੰਨੇ ਤੇ ਡਿਪੈਂਡ ਕਰਦੀ ਹੈ, ਉਹ ਦੋਨਾਂ ਚਾਰਜਸ ਤੇ ਡਿਪੈਂਡ ਕਰਦੀ ਹੈ, ਰਾਈਟ। ਤਾਂ ਉਹਦੇ ਵਿੱਚ ਇਕੱਲੇ ਸੋਰਸ ਦੀ ਗੱਲ ਨਹੀਂ ਹੈਗੀ, ਵੇਖਿਆ ਜਾਵੇ ਤਾਂ ਸਿਰਫ ਉਹਦੀ ਗੱਲ ਨਹੀਂ, ਨਾਲ ਜਿਹੜਾ ਨੇੜੇ ਆ ਰਿਹਾ ਉਹਦੇ ਤੇ ਵੀ ਡਿਪੈਂਡੈਂਸ ਹੈਗੀ ਹੈ। ਹੁਣ ਆਪਾਂ ਇਲੈਕਟ੍ਰਿਕ ਫੀਲਡ ਵਾਲੇ ਚੈਪਟਰ 'ਚ ਵੀ ਇਦਾਂ ਦੀ ਗੱਲ ਕੀਤੀ ਸੀ, ਅੱਜ ਮੈਂ ਫਿਰ ਉੱਦਾਂ ਦੀ ਗੱਲ ਕਰਨ ਲੱਗਾ। ਜੇ ਮੈਂ ਸਿਰਫ ਉਹਦੇ ਬਾਰੇ ਪੜ੍ਹਨਾ ਚਾਹੁੰਦਾ ਕਿ ਵੀ ਇਹ ਕਿੱਦਾਂ ਬਿਹੇਵ ਕਰ ਰਿਹਾ, ਯਾਨੀ ਕਿ ਇਹ ਆਪਦੇ ਫੀਲਡ 'ਚ ਕਿੱਦਾਂ ਦਾ ਅਸਰ ਦਿਖਾ ਰਿਹਾ, ਉਹਦੇ ਲਈ ਮੈਨੂੰ ਇੱਕ ਇਦਾਂ ਦੀ ਕੁਆਂਟਿਟੀ ਚਾਹੀਦੀ ਹੈ, ਇਦਾਂ ਦੀ ਇੱਕ ਮੈਥਮੈਟੀਕਲ ਕੁਆਂਟਿਟੀ ਚਾਹੀਦੀ ਹੈ ਜਿਹੜੀ ਕਿ ਸਿਰਫ ਉਹਦੀ ਗੱਲ ਕਰੇ ਜਿਹੜਾ ਨੇੜੇ ਆ ਰਿਹਾ ਉਹਦੀ ਗੱਲ ਨਾ ਕਰੇ। ਹੁਣ ਜਿਹੜਾ ਨੇੜੇ ਆ ਰਿਹਾ ਜਦੋਂ ਉਹਦੀ ਗੱਲ ਨਾ ਕਰਨੀ ਹੋਵੇ ਤਾਂ ਆਪਾਂ ਨੂੰ ਯਾਦ ਹੈ ਆਪਾਂ ਨੂੰ ਕੀ ਕਰਨਾ ਪੈਂਦਾ ਹੈ, ਇਦਾਂ ਦਾ ਚਾਰਜ ਲਈਦਾ ਜਿਹੜਾ ਕਿ ਜਿਹਦਾ ਆਪ ਦਾ ਫੀਲਡ ਨਾ ਹੋਵੇ, ਯਾਨੀ ਕਿ ਉਹ ਕੀ ਹੋਵੇ, ਬਹੁਤ ਛੋਟਾ ਹੋਵੇ। ਪਹਿਲੀ ਗੱਲ ਤਾਂ ਹੈ ਨਾ, ਬਹੁਤ ਛੋਟਾ ਹੋਵੇ, ਫਿਰ ਉਹਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਆਪਾਂ ਮੂਵ ਕਰਦੇ ਹਾਂ। ਫੋਰ ਐਗਜ਼ਾਮਪਲ ਧਿਆਨ ਨਾਲ ਸੁਣਿਓ, ਮੈਂ ਜਿੱਦਾਂ ਉਹਨੇ ਵੈਂਟੀਗ੍ਰਾਫ ਜਨਰੇਟਰ ਨੂੰ ਔਨ ਕਰਦਾ ਐਂਡ ਮੇਰੇ ਕੋਲ ਆ ਪਿਆ ਬੇਟੇ ਪੁਰਾਣਾ ਆਪਣਾ ਜਿਹੜਾ ਆਪਾਂ ਗੌਸ ਲੋ ਵਾਲੇ ਵਿੱਚ ਵੀ ਯੂਜ਼ ਕੀਤਾ ਸੀਗਾ, ਆ ਨਿੱਕਾ ਜਿਹਾ ਮੇਰੇ ਕੋਲ ਇੱਕ ਟੈਸਟ ਚਾਰਜ ਆ ਵਾਲਾ, ਠੀਕ ਹੈ। ਐਂਡ ਵੈਰੀ ਓਬਵੀਅਸ ਕਿ ਜੇ ਇਹਦੇ ਤੇ ਚਾਰਜ ਆ ਵੀ ਗਿਆ ਤਾਂ ਇਹਦਾ ਕੋਈ ਆਪਦਾ ਫੀਲਡ ਨਹੀਂ ਬਣਨਾ, ਕੁਆਇਟ ਓਬਵੀਅਸ ਹੈ ਨਾ। ਹੁਣ ਮੇਰੇ ਕੋਲ ਇਹਦੇ ਫੀਲਡ 'ਚ ਉਵੇਂ ਦੋ ਪੁਆਇੰਟ ਨੇ, ਇੱਕ ਪੁਆਇੰਟ ਦਾ ਨਾਮ B ਹੈ, ਦੂਜੇ ਪੁਆਇੰਟ ਦਾ ਨਾਮ A ਹੈ। ਤਾਂ ਮੈਂ A ਪੁਆਇੰਟ ਤੋਂ B ਪੁਆਇੰਟ ਤੱਕ ਮੂਵ ਕਰਨਾ ਹੈ, ਲੇਕਿਨ ਇਸ ਵਾਰ ਜਿਹੜਾ ਪੋਟੈਂਸ਼ੀਅਲ એનર્ਜੀ ਹੋਏਗੀ ਦੋਨਾਂ ਵਿੱਚ ਆਫ ਕੋਰਸ ਇਹਦੇ ਤੇ ਬਹੁਤ ਹੀ ਜ਼ਿਆਦਾ ਡਿਪੈਂਡ ਨਹੀਂ ਕਰਨ ਵਾਲੀ ਹੈਗੀ। ਜਾਂ ਮੈਂ ਕਹਿੰਦਾ ਕਿ ਬਹੁਤ ਛੋਟਾ ਹੈ, ਤੇ ਜੇ ਮੇਰਾ ਬਹੁਤ ਛੋਟਾ ਇਹਦਾ ਆਪਦਾ ਕੋਈ ਫੀਲਡ, ਮਤਲਬ ਇਹਦਾ ਆਪਦਾ ਕੋਈ ਫੀਲਡ ਨਹੀਂ ਹੈਗਾ, ਤਾਂ ਮੈਂ ਕੀ ਕਰਾਂਗਾ, ਵਰਕ ਡਨ ਤਾਂ ਕੱਢਾਂਗਾ ਮਿਨੀਮਮ, ਲੇਕਿਨ ਇਸ ਵਾਰ ਆਪਾਂ ਕੀ ਕਰਾਂਗੇ, ਵਰਕ ਡਨ ਪਰ ਯੂਨਿਟ ਟੈਸਟ ਚਾਰਜ ਕੱਢ ਦਾਂਗੇ। ਮੇਰੇ ਕਹਿਣ ਦਾ ਮਤਲਬ ਸਮਝ ਗਏ ਕਿ ਮੇਰੇ ਕੋਲ ਜਿਹੜੀ ਹੁਣ ਨਵੀਂ ਕੁਆਂਟਿਟੀ ਆ ਰਹੀ ਹੈ ਉਹ ਆਹ ਆ ਰਹੀ ਹੈ, ਵਰਕ ਡਨ ਪਰ ਯੂਨਿਟ ਟੈਸਟ ਚਾਰਜ। ਜਿਵੇਂ ਟੈਸਟ ਚਾਰਜ ਦਾ Q0 ਰੱਖਦਾ, ਆ ਨਵੀਂ ਕੁਆਂਟਿਟੀ ਆ ਰਹੀ ਹੈ। ਇਹਦਾ ਕੀ ਫਾਇਦਾ ਹੈ, ਇਹ ਕੁਆਂਟਿਟੀ ਜਾਂ ਮੈਂ ਇਧਰਲੇ ਪਾਸੇ ਲਿਖਣਾ ਚਾਹਾਂ ਬੇਟੇ,
ਤਾਂ ਇਹ ਜਿਹੜੀ ਕੁਆਂਟੀਟੀ ਆਏਗੀ, ਜੇ ਹੁਣ ਮੈਂ ਥੋੜਾ ਜਿਹਾ ਹੋਰ ਐਲਾਬੋਰੇਟ ਕਰਨਾ ਚਾਹਾਂ ਤਾਂ ਫੋਰਸ ਪਰ ਯੂਨਿਟ ਚਾਰਜ ਕੀ ਹੁੰਦਾ ਪਹਿਲਾਂ ਪਤਾ, ਇਹ ਫੀਲਡ ਹੁੰਦਾ ਹੈ ਨਾ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਮਾਈਨਸ ਦਾ E ਡਾਟ dr ਬਣ ਗਿਆ ਇਹ। ਐਂਡ ਇਸ ਚੀਜ਼ ਦਾ ਨਾਮ ਇਹਨੂੰ ਬੋਲਦੇ ਹਾਂ ਕਿ ਇਹ ਕੌਣ ਹੈ, ਪੋਟੈਂਸ਼ੀਅਲ ਡਿਫਰੈਂਸ ਬਿਟਵੀਨ B ਐਂਡ A if this is the point B and this is the point A. Is that okay? So मैं ਇਹਨੂੰ ਕਰਕੇ ਦਿਖਾਉਣਾ ਕਿ ਮੈਂ ਤੁਹਾਨੂੰ ਕੀ ਕਹਿਣਾ ਚਾਹ ਰਿਹਾ। ਤਾਂ ਆਪਣੇ ਕੋਲ ਆਫ ਕੋਰਸ ਮੌਨਸਟਰ ਹੈਗਾ, ਇਹਨੂੰ ਸਪੀਡ ਘੱਟ ਤੇ ਹੀ ਆਪਾਂ ਚਲਾਉਣੇ ਆ, ਆਵਾਜ਼ ਤੁਹਾਨੂੰ ਆਉਣ ਲੱਗ ਪਈ ਹੋਣੀ ਹੈ। ਇਹਨੂੰ ਮੈਂ ਇਦਾਂ ਨੇੜੇ ਲੈ ਕੇ ਗਿਆ, ਉਹ ਵੇਖੋ ਅਟਰੈਕਟ ਹੋਣ ਲੱਗ ਪਿਆ, ਲੈ ਜਾਈਏ ਤਾਂ ਜਿੱਪੋ ਦੇਖੋ ਐਡੀ ਦੂਰੋਂ ਹੀ ਚਾਰਜ ਲੀਕ ਹੋ ਕੇ ਆਇਆ, ਮੈਨੂੰ ਪਤਾ ਲੱਗ ਜਾਂਦਾ। ਹੁਣ ਧਿਆਨ ਨਾਲ ਨੋਟ ਕਰੋ ਕਿ ਜਦੋਂ ਮੈਂ ਇਹਨੂੰ ਦੂਰ ਮੂਵ ਕਰਦਾ, ਖਤਰਨਾਕ ਹੀ ਗੱਲ, ਇਹਨੂੰ ਬੰਦ ਕਰ ਦਈਏ, ਥੋੜਾ ਜਿਹਾ ਚਾਰਜ ਘਟਾ ਦਈਏ ਨਾ, ਲੋ ਬੇਟੇ ਚਾਰਜ ਤਾਂ ਹੈਗਾ ਹੀ ਉਹਦੇ ਤੇ। ਆ ਦੇਖੋ ਆਪਾਂ ਕੀ ਕਰਨਾ ਹੈ, ਆਪਾਂ ਇਹਦੇ ਫੀਲਡ ਦੇ ਵਿੱਚ ਇਹਨੂੰ ਲੈ ਕੇ ਜਾਣਾ ਬੇਟੇ। ਪਹਿਲਾਂ ਮੈਂ ਇੱਥੇ ਰੱਖਦਾ, ਦੇਖੋ ਫੀਲਡ ਵੀਕ ਹੈ, ਜਿਵੇਂ ਨੇੜੇ ਲੈ ਕੇ ਜਾਣਾ ਦੇਖੋ ਫੀਲਡ ਕੀ ਹੋ ਜਾਂਦਾ ਸਟਰੋਂਗ। ਤਾਂ ਕੋਈ ਦੋ ਪੁਆਇੰਟ, ਇੱਕ A ਪੁਆਇੰਟ ਇੱਕ B ਪੁਆਇੰਟ, ਲੱਲਾ ਭਾਈ ਚਾਰਜ ਇੱਥੋਂ, ਇਹ ਤਾਂ ਮੇਰੇ ਹੱਥ ਦੇ ਵੀ ਨੇੜੇ ਆਉਂਦੇ ਨਾ ਕਿਉਂਕਿ ਚਾਰਜ ਹੈਗਾ। ਤਾਂ ਜਦੋਂ ਆਪਾਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਮੂਵ ਕਰਦੇ ਹਾਂ ਤਾਂ ਹੁਣ ਰੋਲ ਸਾਰਾ ਕਿੰਦਾ ਹੈ, ਉਸ ਭਾਈ ਸਾਹਿਬ ਦਾ। ਤਾਂ ਜਿਹੜਾ ਸਾਡਾ ਟੈਸਟ ਚਾਰਜ ਹੈ ਉਹਨੂੰ ਅਸੀਂ ਕੀ ਲੈਣਾ ਹੈ, ਬਹੁਤ ਛੋਟਾ ਲੈਣਾ ਹੈ। ਤੇ ਫਿਰ ਵਰਕ ਡਨ ਪਰ ਯੂਨਿਟ ਟੈਸਟ ਚਾਰਜ ਜਦੋਂ ਆਪਾਂ ਕੱਢਾਂਗੇ ਤਾਂ ਇਹ ਵਾਲੀ ਚੀਜ਼ ਦੇ ਵਿੱਚ ਕੀ ਹੋਊਗਾ, ਜਿਹੜੀ ਫੋਰਸ ਦੇ ਵਿੱਚ ਇਸ ਫਾਰਮੂਲੇ ਦੇ ਵਿੱਚ ਇਹਦੇ ਵਿੱਚ ਕੈਪੀਟਲ Q ਵੀ ਸੀ ਤੇ Q0 ਵੀ ਸੀਗਾ। ਜਦੋਂ Q0 ਨਾਲ ਡਿਵਾਈਡ ਕੀਤਾ ਤੇ Q0 ਖਤਮ ਆ ਗਿਆ, ਯਾਨੀ ਕਿ ਕੌਣ ਆ ਗਿਆ, ਮਾਈਨਸ ਨਹੀਂ ਹੋਣਾ ਬੇਟੇ, ਉਦੋਂ ਕੱਲਾ ਕੌਣ ਆ ਗਿਆ, E ਆ ਗਿਆ। ਤਾਂ ਇਹ ਸਾਡੇ ਕੋਲ ਜਿਹੜਾ ਆਇਆ, ਇਹਨੂੰ ਅਸੀਂ ਕੀ ਬੋਲਾਂਗੇ, ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਥੀਸ ਟੂ ਪੁਆਇੰਟਸ। ਠੀਕ ਹੈ, ਤਾਂ ਪੋਟੈਂਸ਼ੀਅਲ ਡਿਫਰੈਂਸ ਤੇ ਪੋਟੈਂਸ਼ੀਅਲ એનર્ਜੀ 'ਚ ਕੀ ਫਰਕ ਹੈ, ਇਹ ਵਰਕ ਡਨ ਪਰ ਯੂਨਿਟ ਚਾਰਜ ਹੈ। ਅਗੇਨ ਮੇਰੀ ਇੱਕ ਹੋਰ ਐਗਜ਼ਾਮਪਲ ਯਾਦ ਰੱਖੋ ਕਿ ਹਮੇਸ਼ਾ ਬਾਜ਼ਾਰ 'ਚ ਜਦੋਂ ਵੀ ਤੁਸੀਂ ਕੋਈ ਸਮਾਨ ਲੈਣ ਜਾਂਦੇ ਹੋ ਤਾਂ ਇਹ ਇੰਪੋਰਟੈਂਟ ਨਹੀਂ ਹੈਗਾ ਕਿ ਤੁਸੀਂ ਕਿੰਨਾ ਸਮਾਨ ਲੈ ਕੇ ਆਏ ਹੋ। ਮਤਲਬ ਲਾਈਕ ਤੁਸੀਂ ਬਾਜ਼ਾਰ ਜਾ ਕੇ ਪਹਿਲਾਂ ਕਿਸੇ ਦੁਕਾਨ ਤੇ ਜੇ ਤੁਸੀਂ ਐਪਲ ਲੈਣ ਗਏ ਹੋ ਤਾਂ ਤੁਹਾਡਾ ਪਹਿਲਾ ਕੁਐਸਚਨ ਇਹ ਹੁੰਦਾ ਹੈ ਕਿ ਪਰ ਕੇਜੀ ਕਿੰਨੇ ਦੇ ਲਾਏ ਨੇ। ਸਿਮਿਲਰਲੀ ਸਾਡੀ ਫਿਜ਼ਿਕਸ ਵਿੱਚ ਇਹ ਵਾਲੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਕਿਉਂ? ਕਿਉਂਕਿ ਇਹਦੇ ਯੂਨਿਟਸ ਕੀ ਬਣਨਗੇ, ਧਿਆਨ ਨਾਲ ਦੇਖੋ, ਜਿਹੜਾ ਪੋਟੈਂਸ਼ੀਅਲ ਡਿਫਰੈਂਸ ਦੇ ਯੂਨਿਟਸ ਕੀ ਬਣਨਗੇ, ਉਹ ਬਣਨਗੇ ਵਰਕ ਦੇ ਕੀ ਹੁੰਦੇ ਨੇ, ਜਾਊਲ, ਤੇ ਇਹਦੇ ਕੀ ਹੁੰਦੇ ਨੇ, ਕੂਲਮ। ਤਾਂ ਜਾਊਲ ਪਰ ਕੂਲਮ ਆ ਗਿਆ। ਤੇ ਜਿਹੜਾ ਇਹ ਜਾਊਲ ਪਰ ਕੂਲਮ ਹੈ ਨਾ ਬੇਟਾ, ਜਿਹੜਾ ਗ੍ਰੇਟ ਅਲੈਗਜ਼ੈਂਡਰੋ ਵੋਲਟਾ ਸੀਗਾ, ਜਿਹਦੇ ਨਾਮ ਤੇ ਆਪਾਂ ਇਹਨੂੰ ਪੜ੍ਹਦੇ ਹਾਂ, ਆਪਾਂ ਕਈ ਵਾਰੀ ਪੋਟੈਂਸ਼ੀਅਲ ਡਿਫਰੈਂਸ ਨੂੰ ਵੋਲਟੇਜ ਵੀ ਕਹਿ ਲੈਂਦੇ ਹਾਂ, ਉਹਦੇ ਨਾਮ ਤੇ ਦਾ ਯੂਨਿਟ ਹੈ, ਇਹਨੂੰ ਆਪਾਂ ਵੋਲਟ ਬੋਲ ਦਿੰਦੇ ਹਾਂ। ਠੀਕ ਹੈ, ਜਦੋਂ ਵੀ ਕਿਸੇ ਸਾਇੰਟਿਸਟ ਦੇ ਨਾਮ ਤੇ ਯੂਨਿਟ ਰੱਖਿਆ ਜਾਂਦਾ ਹੈ ਤੇ ਜਦੋਂ ਤੁਸੀਂ ਪੂਰਾ ਲਿਖਣਾ ਹੋਵੇ ਤਾਂ ਫਿਰ ਪਹਿਲਾ ਲੈਟਰ ਛੋਟਾ ਪਾਇਆ ਕਰੋ। ਜਦੋਂ ਪਹਿਲਾ ਲੈਟਰ ਛੋਟਾ ਪਾਇਆ ਹੋਵੇ ਨਾ ਮਤਲਬ ਇਹ ਯੂਨਿਟ ਹੈ। ਠੀਕ ਹੈ, ਤਾਂ ਉਹ ਇਹਨੂੰ ਕੈਪੀਟਲ V ਨਾਲ ਡਿਨੋਟ ਕਰ ਦਿੰਦੇ ਨੇ। ਠੀਕ ਹੈ, ਹੁਣ ਇਹਦਾ ਡਾਇਮੈਂਸ਼ਨਲ ਫਾਰਮੂਲਾ ਕੀ ਬਣੇਗਾ ਦੱਸੋਗੇ? ਡਾਇਮੈਂਸ਼ਨਲ ਫਾਰਮੂਲਾ ਤੁਹਾਨੂੰ ਪਤਾ ਹੈ ਕਿ એનર્ਜੀ ਦਾ ਯਾਨੀ ਕਿ ਵਰਕ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੁੰਦਾ, ਉਹ ਹੁੰਦਾ mL2T-2। ਤੇ ਚਾਰਜ ਦਾ ਕੀ ਹੁੰਦਾ ਪਹਿਲਾਂ ਦੱਸੋ, ਸ਼ਾਬਾਸ਼। ਚਾਰਜ ਦਾ ਡਾਇਮੈਂਸ਼ਨਲ ਫਾਰਮੂਲਾ ਕੀ ਹੁੰਦਾ? ਚਾਰਜ ਦਾ ਡਾਇਮੈਂਸ਼ਨਲ ਫਾਰਮੂਲਾ ਹੁੰਦਾ ਬੇਟੇ AT। ਐਂਡ ਇਹਦੇ ਤੋਂ ਡਾਇਮੈਂਸ਼ਨਲ ਫਾਰਮੂਲਾ ਕੀ ਬਣ ਗਿਆ, mL2 T ਦੀ ਪਾਵਰ ਕਿੰਨੀ ਹੋ ਗਈ ਟੋਟਲ, 1 ਉੱਪਰ ਜਾ ਕੇ ਮਾਈਨਸ ਹੋ ਗਿਆ, T-3 ਤੇ ਨਾਲ A ਦੀ ਪਾਵਰ ਕਿੰਨੀ ਆ ਗਈ, -1। ਸੋ ਦਿਸ ਇਜ਼ ਦਾ ਡਾਇਮੈਂਸ਼ਨਲ ਫਾਰਮੂਲਾ ਫॉर ਪੋਟੈਂਸ਼ੀਅਲ ਡਿਫਰੈਂਸ। ਹੁਣ ਇੱਕ ਘੈਂਟ ਜੀ ਡੈਮੋਨਸਟ੍ਰੇਸ਼ਨ ਕਰਕੇ ਦੇਖਦੇ ਹਾਂ, ਯੂ ਵਿਲ ਇੰਜੋਏ ਦਿਸ, ਪੱਕੀ ਗੱਲ ਹੈ। ਐਂਡ ਤੇ ਅਗੇਨ ਦੇਖਣਾ ਇਸ ਵੀਡੀਓ ਤੇ ਕਿ ਜਦੋਂ ਮੈਂ ਇਹਨੂੰ ਕਰਨ ਲੱਗਿਆ ਫੇਲ ਹੋਇਆ ਜਾਂ ਕਹਿ ਲਓ ਕਿ ਡੇਂਜਰਸ ਸਿਚੁਏਸ਼ਨ 'ਚ ਸੀ, ਉਹ ਵੀ ਦੇਖਣਾ। ਸੋ ਆਪਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਡੈਮੋਨਸਟ੍ਰੇਟ ਕਰਨਾ ਸੀ ਕੀ ਕੀਤਾ ਕਿ ਆਹ ਮੈਂ ਇੱਕ ਲੱਕੜ ਦਾ ਪੀਸ ਲਿਆ। ਅਗੇਨ ਮੇਰਾ ਕਹਿਣਾ ਬੇਟੇ ਉਹੀ ਹੈ ਕਿ ਇਹ ਮੋਸਟ ਰਿਫਾਈਨਡ ਫਾਰਮ ਹੈ। ਇਹ ਤੋਂ ਪਹਿਲਾਂ ਦੇ ਫੇਲੀਅਰ ਤੁਹਾਨੂੰ ਐਂਡ ਦੇ ਮਿਲਣਗੇ ਕਿ ਮੈਂ ਕਿੱਦਾਂ ਫੇਲ ਹੋਇਆ। ਸੋ ਬਹੁਤ ਜ਼ਿਆਦਾ ਟਾਈਮ ਕੰਜ਼ਿਊਮ ਹੁੰਦਾ ਇਹਨਾਂ ਸਾਰੇ ਕੰਮਾਂ ਦੇ ਵਿੱਚ। ਤਾਂ ਇਹ ਆਪਾਂ ਇੱਕ ਟਿਊਬ ਰੋਡ ਜਿਹੜੀ ਹੈ ਉਹ ਇਹਦੇ ਨਾਲ ਇਦਾਂ ਲਗਾ ਲਈਏ। ਕੁਆਇਟ ਆਬਵੀਅਸ ਹੈ ਕਿ ਜਦੋਂ ਤੁਸੀਂ ਘਰ 'ਚ ਇਹਨੂੰ ਜਗਾਉਂਦੇ ਹੋ ਤਾਂ ਦੋਨਾਂ ਐਂਡਸ ਤੇ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਜਿਹਦੇ ਕਰਕੇ ਇਹ ਜਗਦੀ ਹੈ। ਠੀਕ ਹੈ, ਤਾਂ ਹੁਣ ਮੈਨੂੰ ਵੀ ਇਹ ਪਤਾ ਹੈ ਕਿ ਜਿਹੜਾ ਵੈਂਡੀਗ੍ਰਾਫ ਜਨਰੇਟਰ ਦੇ ਜੇ ਕੋਈ ਨੇੜੇ ਪੁਆਇੰਟ ਹੈ, ਆਹ ਲੈਂਡ ਨੇੜੇ ਲੈ ਜਾਵਾਂਗੇ ਤਾਂ ਉੱਥੇ ਨਾਲੋਂ ਇੱਥੇ ਪੋਟੈਂਸ਼ੀਅਲ ਕੀ ਹੋਊਗਾ, ਘੱਟ ਹੋਊਗਾ। ਠੀਕ ਹੈ, ਜੇ ਮੰਨ ਲਓ ਉਹਨੂੰ ਆਪਾਂ ਹਾਇਰ ਪੋਟੈਂਸ਼ੀਅਲ ਤੇ ਮੰਨ ਲਈਏ ਤਾਂ ਡਿਊ ਟੂ ਡਿਫਰੈਂਸ ਆਫ ਪੋਟੈਂਸ਼ੀਅਲ ਤੁਹਾਨੂੰ ਅੰਦਰ ਇਹਦੇ ਗਲੋਨੈਸ ਦਿਖੇਗੀ। ਰਾਈਟ, ਤਾਂ ਸ਼ੁਰੂ ਕਰਦੇ ਐਕਸਪੈਰੀਮੈਂਟ ਨੂੰ। ਤਾਂ ਮੈਨੂੰ ਉਹਦੇ ਲਈ ਕੀ ਕਰਨਾ ਪਏਗਾ, ਆਫ ਕੋਰਸ ਪਹਿਲਾਂ ਉਹਨੂੰ ਮੌਨਸਟਰ ਨੂੰ ਔਨ ਕਰਨਾ ਪੈਣਾ। ਤਾਂ ਉਹਨੂੰ ਆਪਾਂ ਔਨ ਕਰਤਾ, ਲੋੜ ਪਈ ਤਾਂ ਆਪਾਂ ਲਾਈਟ ਜਿਹੜੀ ਉਹਨੂੰ ਬੰਦ ਕਰਾਂਗੇ ਜਾਂ ਲੋ ਲਾਈਟ 'ਚ ਵੀ ਇਹਨੂੰ ਕਰਕੇ ਦੇਖਾਂਗੇ। ਸੋ ਮੈਂ ਇਹਨੂੰ ਔਨ ਕਰ ਰਿਹਾ ਬੇਟਾ, ਔਨ ਕਰਤਾ। ਐਂਡ ਤੁਸੀਂ ਦੇਖੋ ਕਿ ਮੈਂ ਇਹਨੂੰ ਜਿਵੇਂ ਇਹਦੇ ਨੇੜੇ ਲੈ ਕੇ ਜਾਣਾ ਤਾਂ ਮੇਬੀ ਤੁਹਾਨੂੰ ਗਲੋ ਹੁਣ ਸ਼ਾਇਦ ਨਾ ਦਿਖਦਾ ਹੋਵੇ। ਰਾਈਟ,
तो मैं जेकर इधरली साइड ते इहनूं इहदा डिस्चार्जिंग लोड ला दा करके नाल, ठीक है, तो आई कैन सी द ग्लो। ਤੁਹਾਨੂੰ ਐ ਕਰਦੇ ਆ ਕਿ ਲਾਈਟ ਬੰਦ ਕਰਕੇ ਦਿਖਾਉਣੇ ਆ ਵੀ ਗਲੋ ਕਿੰਨਾ ਕੁ ਜ਼ਿਆਦਾ ਆਉਂਦਾ ਹੈ, ਠੀਕ ਹੈ। ਸੋ ਲਾਈਟ ਆਪਾਂ ਬੰਦ ਕਰਤੀ ਹੈ ਕਮਰੇ ਦੀ, ਤਾਂ ਮੈਂ ਵੀ ਤੁਹਾਨੂੰ ਦਿਖ ਹੀ ਰਿਹਾ ਹੋਵੇ ਵੈਸੇ ਸਾਰਿਆਂ ਨੂੰ, ਪਰ ਮੈਂ ਇਧਰਲੀ ਸਾਈਡ ਤੇ ਜੇ ਆ ਲਾਵਾਂ, ਆ ਦੇਖੋ ਸੋ ਆਈ ਹੋਪ ਕਿ ਤੁਸੀਂ ਪੂਰਾ ਨਜ਼ਾਰਾ ਲਿਆ ਹੋਣਾ ਹੈ। ਤੁਸੀਂ ਲਿਆ ਨਾ ਹੋਵੇ ਪਰ ਮੈਂ ਤਾਂ ਬਹੁਤ ਨਜ਼ਾਰਾ ਲਿਆ, ਕਿਉਂਕਿ ਬਹੁਤ ਆਨੰਦ ਆਉਂਦਾ ਹੈ ਡੈਮੋਨਸਟ੍ਰੇਸ਼ਨਸ ਨੂੰ ਕਰਨ 'ਤੇ, ਠੀਕ ਹੈ। ਸੋ ਤੁਹਾਡੇ ਕਰਕੇ ਝੂਟੇ ਮੈਨੂੰ ਮਿਲ ਜਾਂਦੇ ਨੇ। ਸ਼ੁਰੂ ਕਰਾਂਗੇ। ਆਪਾਂ ਗੱਲ ਕੀਤੀ ਸੀ ਪੋਟੈਂਸ਼ੀਅਲ ਡਿਫਰੈਂਸ ਦੀ, ਇਹਨੂੰ ਆਪਾਂ ਡੈਮੋਨਸਟ੍ਰੇਟ ਕਰਤਾ। ਅਗਲੀ ਗੱਲ, ਜੇ ਇਹਨਾਂ ਦੋਨਾਂ ਪੁਆਇੰਟਾਂ ਦੇ ਵਿੱਚੋਂ ਆਹ ਵਾਲਾ ਪੁਆਇੰਟ ਇਹਦੇ ਫੀਲਡ ਤੋਂ ਬਾਹਰ ਚਲਾ ਜਾਵੇ, ਜੇਕਰ ਇਹ ਪੁਆਇੰਟ ਇਹਦੇ ਫੀਲਡ ਤੋਂ ਬਾਹਰ ਚਲਾ ਗਿਆ ਤਾਂ ਅਸੀਂ ਬੋਲਾਂਗੇ ਵੀ ਇਹ ਕਿੱਥੇ ਪਹੁੰਚ ਗਿਆ, ਇਨਫਿਨਿਟੀ ਤੇ। ਜੇ ਇਨਫਿਨਿਟੀ ਤੇ ਚਲਾ ਗਿਆ ਤਾਂ ਐਟ ਇਨਫਿਨਿਟੀ ਅਸੀਂ ਇਹ ਕਹਿ ਸਕਦੇ ਕਿ ਜਿਹੜਾ ਪੋਟੈਂਸ਼ੀਅਲ ਐਟ ਏ ਹੈ ਉਹ ਕਿਹਨੂੰ ਅਪਰੋਚ ਕਰ ਜਾਏਗਾ, ਜ਼ੀਰੋ ਨੂੰ, ਹੈ ਨਾ। ਜੇਕਰ ਪੋਟੈਂਸ਼ੀਅਲ ਐਟ ਏ ਜ਼ੀਰੋ ਨੂੰ ਅਪਰੋਚ ਕਰ ਗਿਆ, ਇਹਦਾ ਮਤਲਬ ਹੈ ਕਿ ਸਾਡੇ ਕੋਲ ਇਹੀ ਫਾਰਮੂਲਾ ਜਿਹੜਾ ਹੈ, ਇਹਨੂੰ ਜੇ ਮੈਂ ਲਿਖਣਾ ਚਾਹਾਂ ਕਿ ਵੀ ਬਈ ਦੇਖੋ ਅਸੀਂ ਆਣਾ ਕਿੱਥੋਂ ਕਿੱਥੇ ਆ ਬੇਟੇ, ਆਪਾਂ ਆਣਾ ਸੀਗਾ ਆ ਵੀ ਇੱਥੇ A to B ਲਿਖ ਲਈਏ, ਠੀਕ ਰਹੇਗਾ। ਆਪਾਂ ਆਉਣਾ ਹੈ ਇਨਫਿਨਿਟੀ ਤੋਂ B ਤੱਕ, ਠੀਕ ਹੈ। ਪਰ ਯੂਨਿਟ ਟੈਸਟ ਚਾਰਜ ਇਹ ਬਰਾਬਰ ਕਿੰਨੇ ਹੋਊਗਾ, ਇਹ ਬਰਾਬਰ ਆ ਗਿਆ ਆ ਤਾਂ ਬੇਟੇ ਉਨਾ ਹੀ ਰਹੂਗਾ, ਠੀਕ ਹੈ। ਤੇ ਇਜ਼ ਇਕੁਅਲ ਟੂ ਇਧਰਲੇ ਪਾਸੇ ਕੀ ਕਰੋਗੇ, VB ਮਾਈਨਸ ਜਿਹੜਾ ਆ VA ਹੈ, ਇਹਨੂੰ ਤੁਸੀਂ ਕੀ ਪੁੱਟ ਕਰ ਦਿਓ, ਜ਼ੀਰੋ, ਕਿਉਂਕਿ ਉਸ ਪੁਆਇੰਟ ਤੇ ਜਿਹੜਾ ਇਨਫਿਨਿਟੀ ਤੇ ਚਲਾ ਗਿਆ ਉਹ ਇਸ ਤਰੀਕੇ ਨਾਲ ਸਾਡਾ ਰੈਫਰੈਂਸ ਪੁਆਇੰਟ ਬਣ ਗਿਆ, ਉੱਥੇ ਇਹਦਾ ਪੋਟੈਂਸ਼ੀਅਲ ਕਿੰਨਾ ਹੋਊਗਾ, ਜ਼ੀਰੋ। ਸੋ ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਜਿਹੜਾ ਇਹਦਾ ਫੀਲਡ ਹੈ ਉਹਦੇ ਵਿੱਚ ਹਰ ਇੱਕ ਪੁਆਇੰਟ ਤੇ, ਜਿਵੇਂ ਮੰਨ ਲਓ B ਪੁਆਇੰਟ ਆ ਹੈ, B ਪੁਆਇੰਟ ਤੇ ਆਪਦਾ ਇੱਕ ਪੋਟੈਂਸ਼ੀਅਲ ਹੈ। ਹੁਣ ਪੋਟੈਂਸ਼ੀਅਲ ਦੀ ਖਾਸ ਗੱਲ ਹੈ, ਇਹਨੂੰ ਤੁਸੀਂ ਲਿਖ ਲਓ, ਠੀਕ ਹੈ। ਪੋਟੈਂਸ਼ੀਅਲ ਦੀ ਖਾਸ ਗੱਲ ਇਹ ਹੈ ਕਿ ਇਹਦੇ ਫੀਲਡ ਵਿੱਚ ਹਰ ਇੱਕ ਪੁਆਇੰਟ ਤੇ ਇੱਕ ਯੂਨੀਕ ਪੋਟੈਂਸ਼ੀਅਲ ਹੈ, ਐਂਡ ਉਹ ਯੂਨੀਕ ਪੋਟੈਂਸ਼ੀਅਲ ਕਿੰਦੇ ਤੇ ਡਿਪੈਂਡ ਕਰਦਾ ਹੈ, ਆਪਾਂ ਇਹਦੇ ਤੋਂ ਕਿੰਨੀ ਦੂਰ ਆ ਤੇ ਇੱਕ ਉਹਦੇ ਤੇ ਚਾਰਜ ਕਿੰਨਾ ਹੈ, ਠੀਕ ਹੈ। ਕਿਉਂ? ਕਿਉਂਕਿ ਇਹਦੇ ਫਾਰਮੂਲੇ ਦੇ ਵਿੱਚ ਕੌਣ ਹੈ, E ਹੁੰਦਾ ਹੈ ਬੇਟੇ, ਸੋਰਸ ਦਾ, ਠੀਕ ਹੈ। ਐਂਡ ਆਪਾਂ ਕਿੰਨੀ ਦੂਰ ਆ ਉਹ ਵੀ ਇਹਦੇ ਵਿੱਚ ਇਨਵੋਲਡ ਹੈ। ਤਾਂ ਇੱਥੇ ਤੁਸੀਂ ਭਾਵੇਂ ਟੈਸਟ ਚਾਰਜ ਰੱਖੋ ਜਾਂ ਨਾ ਰੱਖੋ, ਉਰੇ ਉਹਦੇ ਕਰਕੇ ਜਿਹੜਾ ਪੋਟੈਂਸ਼ੀਅਲ ਹੈ ਉਹ ਹੈਗਾ, ਇੱਥੇ ਵੀ ਹੈਗਾ, ਇੱਥੇ ਵੀ ਹੈਗਾ, ਰਾਈਟ। ਸੋ ਆਪਾਂ ਇਹ ਗੱਲ ਮਤਲਬ ਹਰ ਇੱਕ ਯੂਨੀਕ ਪੁਆਇੰਟ ਤੇ ਹੈਗਾ। ਸੋ ਪੋਟੈਂਸ਼ੀਅਲ ਐਟ ਐਨੀ ਪੁਆਇੰਟ ਕਿਵੇਂ ਡਿਫਾਈਨ ਕਰੋਗੇ, ਤੁਸੀਂ ਕਹੋਗੇ ਵੀ ਇਹ ਵੀ ਵਰਕ ਡਨ ਹੁੰਦਾ ਹੈ in bringing ਕਿਨੂੰ a unit positive test charge from infinity to that point। ਤੇ ਜਿੰਨਾ ਵਰਕ ਡਨ ਪਰ ਯੂਨਿਟ ਚਾਰਜ ਕਰੋਗੇ ਉਹਨੂੰ ਅਸੀਂ ਪੋਟੈਂਸ਼ੀਅਲ ਬੋਲਾਂਗੇ। ਅਗੇਨ ਕਿਉਂਕਿ ਜਾਊਲ ਪਰ ਕੂਲਮ ਇਹਦੇ ਯੂਨਿਟ ਬਣਨਗੇ, ਇਹਨੂੰ ਵੀ ਆਪਾਂ ਵੋਲਟ ਚ ਮਾਪਦੇ ਹਾਂ, ਕੋਈ ਡਿਫਰੈਂਸ ਨਹੀਂ। ਡਾਇਮੈਂਸ਼ਨਲ ਫਾਰਮੂਲਾ ਵੀ ਸੇਮ, ਲੇਕਿਨ ਦੋਨਾਂ 'ਚ ਫਰਕ ਕੀ ਹੈ, ਡਿਫਰੈਂਸ ਉਦੋਂ ਵਰਡ ਯੂਜ਼ ਕਰੀਦਾ ਜਦੋਂ ਦੋਨੇ ਪੁਆਇੰਟ ਫੀਲਡ 'ਚ ਹੋਣ, ਤੇ ਪੋਟੈਂਸ਼ੀਅਲ ਐਟ ਏ ਪੁਆਇੰਟ ਆਪਾਂ ਕਦੋਂ ਲੈਂਦੇ, ਜਦੋਂ ਦੋਨਾਂ 'ਚੋਂ ਇੱਕ ਪੁਆਇੰਟ ਕਿੱਥੇ ਚਲਾ ਜਾਵੇ, ਇਨਫਿਨਿਟੀ ਤੇ। ਸੋ ਅਗਲਾ ਟੌਪਿਕ ਆਪਾਂ ਸ਼ੁਰੂ ਕਰਾਂਗੇ, ਉਹ ਕੀ ਹੈ ਕਿ ਪੋਟੈਂਸ਼ੀਅਲ ਦਾ ਆਪਾਂ ਇੱਕ ਫਾਰਮੂਲਾ ਬਣਾਉਣਾ ਹੈ। ਕੁਆਇਟ ਆਬਵੀਅਸ ਹੈ ਕਿ ਤੁਹਾਨੂੰ ਇਹ ਵੀ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਇਹ ਇੱਕ ਸਕੇਲਰ ਕੁਆਂਟੀਟੀ ਹੈ। ਕਿਉਂ ਸਕੇਲਰ ਹੈ, ਦੇਖੋ ਧਿਆਨ ਨਾਲ, ਵਰਕ ਸਕੇਲਰ ਹੁੰਦਾ ਹੈ, ਚਾਰਜ ਵੀ ਸਕੇਲਰ ਹੈ, ਸੋ ਇਟ ਇਜ਼ ਅ ਸਕੇਲਰ ਕੁਆਂਟੀਟੀ। ਇਹਦੇ ਨਾਲ ਕੋਈ ਡਾਇਰੈਕਸ਼ਨ ਦਾ ਲੈਣਾ ਦੇਣਾ ਨਹੀਂ ਹੈਗਾ। ਦੈਨ ਵਾਟ ਇਫ ਜੇ ਚਾਰਜ ਪੋਜ਼ਿਟਿਵ ਹੋਵੇ ਤੇ ਨੈਗੇਟਿਵ ਹੋਵੇ, ਕੀ ਫਰਕ ਪੈਂਦਾ ਉਹ ਤੁਹਾਨੂੰ ਅਗਲੀ ਡੈਰੀਵੇਸ਼ਨ 'ਚ ਕਲੀਅਰ ਹੋ ਜਾਏਗਾ, ਠੀਕ ਹੈ। ਕਿਉਂਕਿ ਜਦੋਂ ਆਪਾਂ ਫੀਲਡ ਕੱਢਿਆ ਸੀ ਤਾਂ ਪੋਜ਼ਿਟਿਵ ਚਾਰਜ ਕਰਕੇ ਫੋਰਸ ਅਲੱਗ ਪਾਸੇ ਨਿਕਲਦੀ ਸੀ, ਫੀਲਡ ਹੋਰ ਹੁੰਦਾ ਸੀ, ਨੈਗੇਟਿਵ ਚਾਰਜ ਕਰਕੇ ਫੀਲਡ ਉਲਟਾ ਹੁੰਦਾ ਸੀ। ਇਹਦੇ 'ਚ ਕੀ ਫਰਕ ਪਏਗਾ ਉਹ ਨੋਟ ਕਰਦੇ ਹਾਂ, ਠੀਕ ਹੈ। ਸੋ ਮੈਂ ਇਹਨੂੰ ਏਜ ਕਰਦਾ ਤੇ ਆਪਾਂ ਪੋਟੈਂਸ਼ੀਅਲ ਐਟ ਏ ਪੁਆਇੰਟ ਵਾਲਾ ਕੰਮ ਸ਼ੁਰੂ ਕਰਾਂਗੇ। ਸੋ ਅੱਜ ਦੀ ਬੇਟਾ ਲਾਸਟ ਡੈਰੀਵੇਸ਼ਨ ਐਂਡ ਇਸ ਚੈਪਟਰ ਨੂੰ ਅੱਗੇ ਚਲਾਉਣ ਵਾਲਾ ਸਾਰਾ ਕੁਝ ਇਹ ਟੌਪਿਕ ਦਾ ਨਾਮ ਹੈ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਟ ਏ ਪੁਆਇੰਟ। ਤਾਂ ਆਪਣੇ ਕੋਲ ਇੱਕ ਸੋਰਸ ਚਾਰਜ ਗਿਵਨ ਹੈ, ਉਹ ਸੋਰਸ ਚਾਰਜ ਦੇ ਫੀਲਡ ਵਿੱਚ ਇੱਕ ਪੁਆਇੰਟ P ਹੈ ਜਿਹੜਾ ਕਿ ਇਹਦੇ ਤੋਂ r ਡਿਸਟੈਂਸ ਦੂਰ ਹੈ। ਇਸ ਜਗ੍ਹਾ ਤੇ ਆਪਾਂ ਪੋਟੈਂਸ਼ੀਅਲ ਕੱਢਣਾ ਹੈ। ਵੀ ਨੋ ਦਿਸ ਕਿ ਇੱਥੇ ਕੋਈ ਲਿਆ ਕੇ ਬਿਠਾਓ ਭਾਵੇਂ ਨਾ ਬਿਠਾਓ, ਇੱਥੇ ਪੋਟੈਂਸ਼ੀਅਲ ਤਾਂ ਹੈਗਾ, ਠੀਕ ਹੈ। ਤੁਸੀਂ ਪੋਟੈਂਸ਼ੀਅਲ ਨੂੰ ਇੱਦਾਂ ਫੀਲਿੰਗ ਲਿਆ ਕਰੋ ਵੀ ਇੱਥੇ ਹੈਗਾ। ਤਾਂ ਪਰ ਆਪਾਂ ਨੂੰ ਕੈਲਕੂਲੇਟ ਕਰਨਾ ਸੀ, ਕੀ ਕਰਾਂਗੇ, ਇੱਕ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਨੂੰ ਲਿਆਵਾਂਗੇ ਇਨਫਿਨਿਟੀ ਤੋਂ ਇਸ ਪੁਆਇੰਟ ਤੇ ਜਿੰਨਾ ਵਰਕ ਡਨ ਕਰਨਾ ਪਏਗਾ ਪਰ ਯੂਨਿਟ ਚਾਰਜ, ਠੀਕ ਹੈ, ਉਹਨੂੰ ਅਸੀਂ ਕੀ ਬੋਲਾਂਗੇ, ਪੋਟੈਂਸ਼ੀਅਲ ਐਟ ਦਿਸ ਪੁਆਇੰਟ। ਇਜ਼ ਦੈਟ ਓਕੇ? ਸੋ ਮੈਂ ਮੰਨ ਲੈਂਦਾ ਕਿ ਜਿਹੜਾ ਚਾਰਜ ਬੇਟੇ ਆ ਰਿਹਾ ਉਹਦਾ ਨਾਮ ਕੀ ਹੈ, Q0, ਐਂਡ Q0 ਇਜ਼ ਵੈਰੀ ਸਮਾਲ ਐਜ਼ ਕੰਪੇਅਰ ਟੂ Q। ਇਹ ਸਾਨੂੰ ਪਤਾ ਹੈ ਕਿ ਕਿਉਂ ਹੋਣਾ ਚਾਹੀਦਾ। ਤਾਂ ਚਲਦੇ ਉਹ ਮੰਨ ਲਓ ਕਿ ਸਾਨੂੰ ਪਤਾ ਕਿ ਜਿਵੇਂ ਇੱਥੇ ਮੰਨ ਲਓ ਕਿ ਫੀਲਡ ਸ਼ੁਰੂ ਹੋ ਜਾਂਦਾ
ਹੁੰਦਾ। ਜਿਵੇਂ ਹੀ ਉਹ ਫੀਲਡ 'ਚ ਐਂਟਰ ਕਰੇਗਾ ਇਹ ਉਹਦੇ ਤੇ ਫੋਰਸ ਲਾਉਣੀ ਸ਼ੁਰੂ ਕਰ ਦੇਗਾ। ਜੇ ਦੋਨੋਂ ਪੋਜ਼ਿਟਿਵ ਨੇ ਤਾਂ ਕੀ ਕਰੇਗਾ ਰਿਪੈਲ, ਹੈ ਨਾ। ਹੁਣ ਤੁਹਾਨੂੰ ਮੈਂ ਪਹਿਲੇ ਦੱਸ ਚੁੱਕਿਆ ਕਿ ਜਿਵੇਂ ਜਿਵੇਂ ਡਿਸਟੈਂਸ ਘਟੇਗਾ ਫੋਰਸ ਵੱਧਦੀ ਜਾਏਗੀ। ਸੋ ਫੋਰਸ ਵੇਰੀਏਬਲ ਹੈ। ਵੇਰੀਏਬਲ ਸਮਝਦੇ ਹੋ ਕਿਉਂ? ਕਿਉਂਕਿ ਡਿਸਟੈਂਸ ਘਟ ਰਿਹਾ ਹੈ, ਮਤਲਬ ਫੋਰਸ ਵੱਧ ਰਹੀ ਹੈ। ਬਟ ਕਿਉਂਕਿ ਵਰਕ ਮੈਂ ਕਰਨਾ ਹੈ, ਮਿਨੀਮਮ ਵਰਕ ਕਰਨਾ ਹੈ, ਤਾਂ ਮੈਨੂੰ ਕਿੰਨੀ ਫੋਰਸ ਲਾਉਣੀ ਪਏਗੀ? ਜਿੰਨੀ ਉਧਰ ਲੱਗ ਰਹੀ ਉਹਦੇ ਇਧਰ ਨੂੰ ਬਰਾਬਰ ਦੀ। ਯਾਨੀ ਕਿ ਮੈਨੂੰ ਹਰ ਮੂਵਮੈਂਟ ਤੇ ਥੋੜੀ ਜਿਹੀ ਅੱਗੇ ਨਾਲੋਂ ਜ਼ਿਆਦਾ ਫੋਰਸ ਲਾਉਣੀ ਪੈਣੀ, ਸੋ ਦੈਟ ਕਿ ਨੈਟ ਫੋਰਸ ਜ਼ੀਰੋ ਵੇ। ਸਲੋ ਚੱਲਣਾ ਹੈ। ਸੋ ਤੇ ਜਿਹੜਾ ਵਰਕ ਆਏਗਾ ਉਹਨੂੰ ਆਪਾਂ ਬੋਲ ਦੇਣਾ ਪੋਟੈਂਸ਼ੀਅਲ। ਕਰਦੇ ਹਾਂ ਜਲਦੀ ਜਲਦੀ, ਸਮਝ ਆ ਜਾਣਾ। ਸੋ ਮੈਂ ਕੀ ਕਰਦਾ ਕਿ ਇਨ ਦਿਸ ਫੀਲਡ ਮੈਂ ਮੰਨ ਲੈਂਦਾ ਕਿ ਛੋਟਾ ਜਿਹਾ ਡਿਸਪਲੇਸਮੈਂਟ ਹੈ, ਇੱਥੋਂ ਲੈ ਕੇ ਇੱਥੋਂ ਤੱਕ ਕਰਦਾ। ਇਸ ਡਿਸਪਲੇਸਮੈਂਟ ਦਾ ਨਾਮ ਬੇਟੇ ਆਪਾਂ ਰੱਖ ਲੈਂਦੇ ਹਾਂ ਡੀ ਆਰ, ਫਰੋਮ ਏ ਤੋਂ ਲੈ ਕੇ ਬੀ ਤੱਕ, ਠੀਕ ਹੈ। ਐਂਡ ਮੈਂ ਇਹ ਮੰਨ ਲੈਣਾ ਕਿ ਇਹਦਾ ਚਲੋ ਡੀ ਐਕਸ ਨਾਮ ਰੱਖ ਦਈਏ। ਐਂਡ ਇੱਥੋਂ ਲੈ ਕੇ ਇੱਥੋਂ ਤੱਕ ਜਿਹੜਾ ਆਹ ਡਿਸਟੈਂਸ ਹੈ ਇਹ ਵਾਲਾ ਹੈਗਾ ਐਕਸ। ਮੈਂ ਇਹਨਾਂ ਨੂੰ ਸੇਮ ਬਣਾਉਣ ਵਾਸਤੇ ਕੰਮ ਕੀਤਾ, ਠੀਕ ਹੈ। ਹੁਣ ਜਦੋਂ ਇਹ ਇੰਨਾ ਛੋਟਾ ਹੈ ਕਿ ਉਹਨੇ ਲਗਭਗ ਇਹ ਕਹੀਦਾ ਹੁੰਦਾ ਪੇਪਰ ਦੇ ਵਿੱਚ, ਅੱਛਾ ਲੱਗਦਾ ਹੈ। ਜਿਵੇਂ ਤੁਸੀਂ ਜੇ ਇੰਟੀਗ੍ਰੇਸ਼ਨ ਵਾਲਾ ਲੈਕਚਰ ਮੇਰਾ ਦੇਖਿਆ ਤਾਂ ਮੈਂ ਉੱਥੇ ਵੀ ਇਹ ਗੱਲ ਬੋਲੀ ਹੈ ਕਿ ਇਹਨੂੰ ਆਪਾਂ ਇੰਨਾ ਛੋਟਾ ਲੈਣਾ ਹੁੰਦਾ ਹੈ ਸੋ ਦੈਟ ਕਿ ਸਾਨੂੰ ਇਦਾਂ ਲੱਗੇ ਕਿ ਇੱਥੋਂ ਲੈ ਕੇ ਇੱਥੋਂ ਤੱਕ ਇਹ ਫਿਕਸ ਰਹੇ। ਕੌਣ? ਐਫ। ਤੁਸੀਂ ਜੇ ਲੈਕਚਰ ਅਟੈਂਡ ਕੀਤਾ ਬੇਟੇ ਤਾਂ ਤੁਹਾਨੂੰ ਇਹ ਗੱਲਾਂ ਥੋੜ੍ਹੀਆਂ ਜ਼ਿਆਦਾ ਵਧੀਆ ਲੱਗਣ ਕਰਨਗੀਆਂ। ਉਹ ਗ੍ਰਾਫ ਵਾਲੀ ਗੱਲ ਯਾਦ ਰੱਖੋ ਕਿ ਫਿਰ ਰੈਕਟੈਂਗਲ ਬਣਦੀ ਇੱਕ। ਸੋ ਜਿਨ੍ਹਾਂ ਨੇ ਇੰਟੀਗ੍ਰੇਸ਼ਨ ਵਾਲਾ ਲੈਕਚਰ ਨਹੀਂ ਦੇਖਿਆ, ਈਵਨ ਇਫ ਯੂ ਨੋ ਹਾਊ ਟੂ ਇੰਟੀਗ੍ਰੇਟ, ਪਹਿਲੇ 15 ਮਿੰਟ ਜਿਹੜੇ ਨੇ ਉਹ ਇੰਟੀਗ੍ਰੇਸ਼ਨ ਵਾਲਾ ਲੈਕਚਰ ਤੁਸੀਂ ਸੁਣ ਲਓ। ਫਸਟ ਲੈਕਚਰ ਜਿਹਦੇ 'ਚ ਇਹ ਦੱਸਿਆ ਹੈ ਕਿ ਵਾਈ ਇੰਟੀਗ੍ਰੇਸ਼ਨ ਇਜ਼ ਨੀਡਡ ਇਨ ਫਿਜ਼ਿਕਸ। ਤਾਂ ਚਲੋ ਆਪਾਂ ਗੱਲ ਕਰਦੇ ਹਾਂ ਕਿ ਇੱਥੋਂ ਲੈ ਕੇ ਇੱਥੋਂ ਤੱਕ ਜੇ ਮੈਂ ਗੱਲ ਕਰਾਂ ਲਗਭਗ ਆ ਡਿਸਟੈਂਸ ਸਾਰਾ ਐਕਸ ਹੀ ਹੈ। ਜਦੋਂ ਕਿਊ ਨੋਟ ਇੱਥੇ ਆ ਕੇ ਬੈਠੇਗਾ ਬੇਟੇ ਤਾਂ ਜਿਹੜੀ ਇਹ ਉਹਦੇ ਤੇ ਫੋਰਸ ਲਾਏਗਾ ਉਹ ਕਿੰਨੀ ਹੋਏਗੀ? ਉਹਨੂੰ ਆਪਾਂ ਲਿਖ ਲੈਨੇ ਐਫ ਬਰਾਬਰ ਹੋਏਗੀ ਇਨ ਮੈਗਨੀਟਿਊਡ, ਉਹ ਹੋਏਗੀ ਕੇ ਕਿਊ ਨੋਟ ਡਿਵਾਈਡਡ ਬਾਈ ਕਿੰਨਾ ਬੇਟੇ? ਐਕਸ ਸਕੁਆਇਰ, ਠੀਕ ਹੈ। ਇਨ ਮੈਗਨੀਟਿਊਡ ਇੰਨੀ ਫੋਰਸ ਲੱਗਦੀ ਹੋਏਗੀ। ਐਂਡ ਮੈਨੂੰ ਕਿੰਨੀ ਲਾਉਣੀ ਪਏਗੀ? ਇਨ ਮੈਗਨੀਟਿਊਡ ਇੰਨੀ ਹੀ ਫੋਰਸ ਲਾਉਣੀ ਪਏਗੀ ਇਧਰ ਨੂੰ। ਤਾਂ ਮੈਨੂੰ ਪਤਾ ਹੈ ਕਿ ਵਰਕ ਡਨ ਜਿਹੜਾ ਮੈਨੂੰ ਛੋਟਾ ਜਿਹਾ ਕਰਨਾ ਪੈਣਾ ਹੈ ਫਰੋਮ ਦਿਸ ਟੂ ਦਿਸ ਡਿਸਪਲੇਸਮੈਂਟ, ਉਹਨੂੰ ਅਸੀਂ ਕੀ ਲਿਖਾਂਗੇ? ਐਫ ਡਾਟ ਡੀ ਐਕਸ। ਦਿਸ ਡੀ ਐਕਸ ਇਜ਼ ਦੈਟ ਮਚ ਸਮੋਲ ਕਿ ਇਹਦੇ ਵਿੱਚ ਐਫ ਕੀ ਰਹਿੰਦਾ? ਕੌਨਸਟੈਂਟ, ਹੈ ਨਾ। ਲਿਖਣਾ ਹੈ ਵਾਲਾ ਪੇਪਰ 'ਚ ਆਪਾਂ ਕਿ ਇਹ ਇੰਨਾ ਛੋਟਾ ਹੈ ਕਿ ਇਹਦੇ 'ਚ ਐਫ ਕੀ ਰਹਿੰਦਾ? ਫਿਕਸ। ਜਿਹੜਾ ਆਪਾਂ ਇੱਥੇ ਗੱਲ ਕਰਨੀ ਹੈ ਕਿਉਂਕਿ ਸਾਨੂੰ ਪਤਾ ਹੈ, ਆਪਾਂ ਹੁਣੇ ਪਹਿਲਾਂ ਵੀ ਲਿਖ ਕੇ ਹਟੇ ਹਾਂ ਕਿ ਜਿਹੜੀ ਇਹ ਐਫ ਹੈ, ਮਤਲਬ ਸਾਨੂੰ ਪਤਾ ਹੈ ਕਿ ਜਿਹੜਾ ਸੋਰਸ ਹੈ ਉਹ ਫੋਰਸ ਇਧਰ ਨੂੰ ਲਾ ਰਿਹਾ, ਆਪਾਂ ਡਿਸਪਲੇਸ ਐ ਨੂੰ ਕਰ ਰਹੇ ਹਾਂ, ਹਨਾ। ਇਹ ਮਤਲਬ ਜਿਹੜਾ ਸਾਡਾ ਵਰਕ ਹੈ ਉਹ ਸੋਰਸ ਦੇ ਰਿਲੇਟਿਵਲੀ ਕੀ ਨੈਗੇਟਿਵ ਹੀ ਆ ਗਿਆ, ਤਾਂ cos ਕਿੰਨਾ ਆਏਗਾ ਇੱਥੇ? 180 ਡਿਗਰੀ ਆਏਗਾ, ਹੈ ਨਾ। cos 180 ਕਿੰਨਾ ਹੁੰਦਾ? ਉਹ ਹੁੰਦਾ ਮਾਈਨਸ ਦਾ 1, ਸੋ ਆ ਗਿਆ ਮਾਈਨਸ ਦਾ ਐਫ ਡੀ ਐਕਸ। ਇਜ਼ ਦੈਟ ਓਕੇ? ਐਫ ਦਾ ਮੈਗਨੀਟਿਊਡ ਲਿਆ ਕੇ ਭਰ ਦੋ, ਕਿੰਨਾ ਭਰੋਗੇ ਇੱਥੇ? ਉਹ ਆਊਗਾ ਮਾਈਨਸ ਦਾ ਕੇ ਕਿਊ ਨੋਟ ਡਿਵਾਈਡਡ ਬਾਈ ਕਿੰਨਾ? ਐਕਸ ਸਕੁਆਇਰ ਤੇ ਨਾਲ ਕਿੰਨਾ ਬੇਟੇ? ਡੀ ਐਕਸ। ਇਹ ਤੁਹਾਡਾ ਆ ਗਿਆ ਡੀ ਡਬਲਿਊ। ਹੁਣ ਤੁਸੀਂ ਇਹ ਤਾਂ ਤੁਹਾਡੇ ਕੋਲ ਆ ਗਿਆ ਇੰਨਾ ਕੁ ਵਰਕ, ਪਰ ਤੁਸੀਂ ਸਭ ਨੂੰ ਇੱਥੋਂ ਇੱਥੇ ਲੈ ਕੇ ਬਿਠਾਉਣਾ ਹੈ ਨਾ। ਤਾਂ ਤੁਸੀਂ ਕੀ ਲਿਖੋਗੇ ਕਿ ਟੋਟਲ ਵਰਕ ਕੱਢਣ ਦੇ ਲਈ ਇੰਟੀਗ੍ਰੇਟਿੰਗ ਬੋਥ ਸਾਈਡਸ। ਯਾਦ ਹੈ ਕਿਉਂ ਕਰੀਦਾ ਆਪਾਂ? ਇੰਟੀਗ੍ਰੇਟਿੰਗ ਬੋਥ ਸਾਈਡਸ ਲਿਖੀਦਾ ਹੁੰਦਾ ਹੈ ਵਿਦ ਇਨ ਪ੍ਰੋਪਰ ਲਿਮਿਟਸ। ਹੁਣ ਵਾਟ ਡਸ ਦਿਸ ਮੀਨ? ਵਿਦ ਇਨ ਪ੍ਰੋਪਰ ਲਿਮਿਟਸ ਮਤਲਬ ਕੰਡੀਸ਼ਨਾਂ ਕੀ ਨੇ ਸਾਡੀਆਂ ਕੰਡੀਸ਼ਨਾਂ ਕੀ ਨੇ ਕਿ ਆਪਾਂ ਇਸ ਯੂਨਿਟ ਪੋਜ਼ਿਟਿਵ ਜਾਂ ਟੈਸਟ ਚਾਰਜ ਨੂੰ ਇਨਫਿਨਿਟੀ ਤੋਂ ਚੁੱਕਣਾ, ਭਾਈ ਸਾਹਿਬ ਨੂੰ ਡਿਗ ਕਰਕੇ ਇਹ ਇੱਥੇ ਲਿਆਉਣਾ, ਇੱਥੋਂ ਲੈ ਕੇ ਇੱਥੋਂ ਤੱਕ ਲੈ ਕੇ ਆਉਣਾ, ਫਿਰ ਜਿੰਨਾ ਵਰਕ ਕਰਨਾ ਪਏਗਾ। ਤਾਂ ਜਿਹੜਾ ਵਰਕ ਹੈ ਸਾਡਾ ਉਹ ਟੋਟਲ ਕਿੱਥੋਂ ਲੈ ਕੇ ਕਿੱਥੋਂ ਤੱਕ ਹੋ ਜਾਏਗਾ? ਇਨਫਿਨਿਟੀ ਤੋਂ ਕਿਹੜੇ ਪੁਆਇੰਟ ਤੱਕ ਹੋ ਜਾਏਗਾ? ਆਹ ਵਾਲੇ ਪੁਆਇੰਟ ਤੱਕ, ਪੀ ਤੱਕ, ਰਾਈਟ। ਐਂਡ ਇਹ ਕਿੰਨੇ ਬਰਾਬਰ ਆਏਗਾ? ਹੁਣ ਇਧਰਲੇ ਪਾਸੇ ਆ ਜਾਓ, ਜਿਹੜਾ ਇੰਟੈਗਰਲ ਦੇ ਵਿੱਚ ਕਾਂਸਟੈਂਟ ਚੀਜ਼ਾਂ ਹੁੰਦੀਆਂ ਸਾਨੂੰ ਪਤਾ ਉਹ ਬਾਹਰ ਆ ਜਾਂਦੀਆਂ, ਕੇ ਕਿਊ ਨੋਟ ਬਾਹਰ ਆ ਗਿਆ, ਐਂਡ 1/x² dx ਅੰਦਰ ਰਹਿ ਗਿਆ ਬੇਟੇ, ਠੀਕ ਹੈ। ਲਿਮਿਟਸ ਕਿੱਥੋਂ ਆਉਣਗੀਆਂ? ਇਨਫਿਨਿਟੀ ਤੋਂ ਚੱਲੇ ਸੀਗੇ ਤੇ ਅਲਟੀਮੇਟਲੀ ਕਿੱਥੇ ਪਹੁੰਚ ਰਹੇ? ਆਰ ਤੇ। ਹੁਣ ਇਹ ਕਿਉਂ ਬਾਹਰ ਆ ਜਾਂਦਾ ਹੈ? ਇੱਕ ਤਾਂ ਹੁੰਦਾ ਬੇਟੇ ਰੱਟਾ, ਠੀਕ ਹੈ। ਐਂਡ ਦੂਜੀ ਗੱਲ ਇਹ ਹੈ ਕਿ ਜਦੋਂ ਮੈਂ ਇੰਟੀਗ੍ਰੇਸ਼ਨ ਵਾਲੀ ਕਲਾਸ ਲਾਈ ਹੈ ਜਿਹਦੇ ਵਿੱਚ ਮੈਂ ਜਿਹੜਾ ਤੁਸੀਂ ਵੇਖੋਗੇ ਕਿ ਇੱਕ ਵੱਖਰੀ ਪਲੇਲਿਸਟ ਬਣਾਉਣੀ ਸ਼ੁਰੂ ਕੀਤੀ ਹੈ ਜਿਹਦੇ 'ਚ ਮੈਥਮੈਟਿਕਸ ਇਨ ਫਿਜ਼ਿਕਸ ਉਹਦਾ ਨਾਮ ਰੱਖਿਆ। ਉਹਦੇ 'ਚ ਜਿਹੜਾ ਪਹਿਲਾ ਲੈਕਚਰ ਮੈਂ ਪਾਇਆ ਉਹ ਇੰਟੀਗ੍ਰੇਸ਼ਨ ਫਿਜ਼ਿਕਸ ਪਾਇਆ, ਇਹਦਾ ਲੌਜਿਕ ਦੱਸਿਆ ਵੀ ਬਾਹਰ ਕਿਉਂ ਆਉਂਦਾ। ਐਂਡ ਦੇਰ ਆਰ ਮੈਨੀ ਅਦਰ ਥਿੰਗਸ। ਐਂਡ ਮੇਰੀ ਤੁਹਾਨੂੰ ਸੁਜੈਸ਼ਨ ਹੈ ਕਿ ਇਫ ਯੂ ਨੋ ਕਿ ਤੁਸੀਂ ਇਹਨੂੰ ਕਿਵੇਂ ਸੋਲਵ ਕਰੋਗੇ, ਬੈਟਰ ਹੈ ਕਿ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਇੱਦਾਂ ਕਰੀਦਾ ਕਿਉਂ ਹੈ, ਠੀਕ ਹੈ। ਸੋ ਇਹ ਬਾਹਰ ਆ ਗਿਆ ਬੇਟੇ। ਹੁਣ ਇਹਦਾ ਇੰਟੈਗਰਲ ਕਿਵੇਂ ਕੱਢਾਂਗੇ? ਉਹ ਆਪਾਂ ਐਂ ਕਰਦੇ ਹਾਂ ਕਿ ਇਹਨੂੰ ਪਾਰਟੀਸ਼ਨ ਨੂੰ ਕਰ ਲੈਂਦੇ ਇੱਦਾਂ। ਕਿਵੇਂ ਕੱਢੋਗੇ? ਮਾਈਨਸ ਦਾ ਕੇ ਕਿਊ ਨੋਟ ਤੇ ਇਨਫਿਨਿਟੀ ਤੋਂ ਲੈ ਕੇ ਆਰ ਤੱਕ, ਅੰਦਰ x ਦੀ ਪਾਵਰ ਕਿੰਨੀ ਹੋਗੀ? -2 ਤੇ ਨਾਲ ਕਿੰਨਾ? dx, ਠੀਕ ਹੈ। ਆ ਗਿਆ। ਹੁਣ ਤੁਹਾਨੂੰ ਪਤਾ ਨਾ ਕਿ ਇੰਟੀਗ੍ਰੇਸ਼ਨ ਆਪਾਂ ਕਰਨੀ ਇਹਦੀ ਹੈ ਵਿਦ ਰਿਸਪੈਕਟ ਟੂ ਇਹਦੇ ਕਰਨੀ ਹੈ। ਐਂਡ ਇੱਕ ਗੱਲ ਦਾ ਹੋਰ ਪੋਜ਼ ਦੇਣਾ, ਇਹ ਵਰਕ ਡਨ ਆਇਆ,
ਇਨਫਿਨਿਟੀ ਤੋਂ ਲੈ ਕੇ P ਤੱਕ। ਪਰ ਮੈਨੂੰ ਪਤਾ ਹੈ ਕਿ ਪੋਟੈਂਸ਼ੀਅਲ ਕੀ ਹੁੰਦਾ, ਉਹ ਇਕੱਲਾ ਵਰਕ ਡਨ ਨਹੀਂ ਹੁੰਦਾ। ਪੋਟੈਂਸ਼ੀਅਲ ਐਟ P ਕੀ ਹੋਊਗਾ, ਬਾਈ ਡੈਫੀਨੇਸ਼ਨ ਹੁੰਦਾ ਵਰਕ ਡਨ ਪਰ ਯੂਨਿਟ ਚਾਰਜ, ਟੈਸਟ ਚਾਰਜ, ਆਹੀ ਹੁੰਦਾ ਨਾ। ਹੁਣ ਇਹ ਵੀ ਇਸ ਗੱਲ ਨੂੰ ਰਿਅਲਾਈਜ਼ ਕਰਿਆ ਕਰੋ ਕਿ ਜਦੋਂ ਮੈਂ ਇਹਨੂੰ Q ਨੋਟ ਨਾਲ ਡਿਵਾਈਡ ਕਰਦਾ, ਇਹਦਾ ਮਤਲਬ ਕੀ ਹੈ, ਜਦੋਂ ਇੱਧਰ Q ਨੋਟ ਨਾਲ ਡਿਵਾਈਡ ਹੋਏਗਾ ਤਾਂ ਇੱਧਰ ਵੀ ਹੋਏਗਾ, ਜਦੋਂ ਇੱਧਰ ਡਿਵਾਈਡ ਹੋਏਗਾ ਤਾਂ Q ਨੋਟ ਨੇ ਖਤਮ ਹੋ ਜਾਣਾ। ਜੇ Q ਨੋਟ ਖਤਮ ਹੋ ਗਿਆ ਤਾਂ ਰਹਿ ਕੌਣ ਜਾਏਗਾ, ਇਕੱਲਾ ਸੋਰਸ ਚਾਰਜ, ਹੈ ਨਾ। ਸੋ ਆਪਾਂ ਕੀ ਕਰਦੇ ਹਾਂ, Q ਨੋਟ ਭਾਈ ਸਾਹਿਬ ਗਏ ਚਲੇ ਮਾਈਨਸ ਦਾ KQ ਇਨਫਿਨਿਟੀ ਤੋਂ ਲੈ ਕੇ R ਤੱਕ, ਜਾਂ ਇਧਰ ਇਹ ਇੰਟੈਗਰਲ ਕਰਵਾ ਦਿਓ ਬੇਟੇ, ਪਾਵਰ 1 ਵਧਾ ਦਿਓ, ਵਧਾਓਗੇ ਤਾਂ ਕਿੰਨੀ ਹੋ ਜਾਏਗੀ -1। ਠੀਕ ਹੈ, ਜਿਹੜੀ ਪਾਵਰ ਉੱਤੇ ਹੁੰਦੀ ਹੈ ਸਾਨੂੰ ਪਤਾ ਉਹੀ ਨੀਚੇ ਹੁੰਦੀ ਹੈ। ਆਹ ਚੀਜ਼ ਤੇ ਆਹ ਚੀਜ਼ ਸੇਮ ਹੁੰਦੀ ਹੈ ਇੰਟੀਗ੍ਰੇਸ਼ਨ 'ਚ, ਫਰੋਮ ਇਨਫਿਨਿਟੀ ਤੋਂ ਲੈ ਕੇ ਕਿੰਨਾ R ਤੱਕ। ਇਸ ਮਾਈਨਸ ਨੂੰ ਬੁਲਾਓ ਬਾਹਰ, ਜਿਵੇਂ ਇਹ ਮਾਈਨਸ ਬਾਹਰ ਆਏਗਾ ਇੱਥੇ ਕਿੰਨਾ ਬਣੇਗਾ ਪਲੱਸ, ਤਾਂ ਇਹਨਾਂ ਮਤਲਬ VP ਕਿੰਨੇ ਬਰਾਬਰ ਹੋ ਜਾਏਗਾ, KQ ਆ ਇਧਰ ਹੋ ਗਿਆ, ਤੇ 1/x ਫਰੋਮ ਇਨਫਿਨਿਟੀ ਤੋਂ ਕਿੰਨਾ R। ਇਜ਼ ਦੈਟ ਓਕੇ। ਤਾਂ ਇਹ ਕਿੰਨਾ ਬਣ ਗਿਆ, KQ 1/R ਮਾਈਨਸ 1/ਇਨਫਿਨਿਟੀ, ਵੈਸੇ ਲਿਖਿਆ ਨਾ ਕਰੋ 1/ਇਨਫਿਨਿਟੀ, 1/ਇਨਫਿਨਿਟੀ ਕਰੋਗੇ ਤੁਹਾਨੂੰ ਸਿੱਧਾ ਇਦਾਂ ਲਿਖਿਆ ਕਰੋਗੇ 0। ਇਟ ਡਸਨਟ ਲੁੱਕ ਗੁੱਡ ਕਿ 1/ਇਨਫਿਨਿਟੀ ਲਿਖੀਏ। ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਪੋਟੈਂਸ਼ੀਅਲ ਐਟ ਪੁਆਇੰਟ P ਉਹ ਕਿੰਨੇ ਬਰਾਬਰ ਆ ਗਿਆ, K ਮਤਲਬ ਕਿੰਨਾ 1/4πε0 Q ਡਿਵਾਈਡਡ ਬਾਈ ਕਿੰਨਾ ਬੇਟੇ R। ਸੋ ਇਹ ਸਾਡਾ ਆ ਗਿਆ ਪੋਜ਼ਿਟਿਵ ਚਾਰਜ ਦਾ ਪੋਟੈਂਸ਼ੀਅਲ। ਇਜ਼ ਦੈਟ ਓਕੇ। ਦੇਖੋ ਕਿੱਡਾ ਵਧੀਆ, ਕਿਹਦੇ ਤੇ ਡਿਪੈਂਡ ਕਰਦਾ ਹੈ, Q ਤੇ। Q ਕੌਣ ਹੈ, ਸੋਰਸ ਚਾਰਜ, ਤੇ ਦੂਜਾ ਕਿਹਦੇ ਤੇ ਡਿਪੈਂਡ ਕਰਦਾ ਹੈ, ਡਿਸਟੈਂਸ ਤੇ, ਵੀ ਕਿੰਨੀ ਦੂਰ ਆ ਸੀ ਉਹਦੇ ਤੋਂ। ਇਜ਼ ਦੈਟ ਓਕੇ। ਜੇਕਰ ਇਹ ਆਪਾਂ ਨੂੰ ਪਤਾ ਲੱਗ ਗਿਆ, ਹੁਣ ਮੰਨ ਲਓ ਕਿ ਜੇ ਆਪਣਾ ਟੈਸਟ ਜਿਹੜਾ ਚਾਰਜ ਹੈ ਸੋਰਸ ਆ ਵਾਲਾ ਇੱਥੇ ਨੈਗੇਟਿਵ ਚਾਰਜ ਹੁੰਦਾ, ਫਿਰ ਆਨਸਰ ਕੀ ਆਉਂਦਾ, ਕਿਉਂਕਿ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਆਪਾਂ ਨੂੰ ਦੋਨਾਂ ਬਾਰੇ ਸਮਝ ਹੋਣੀ ਚਾਹੀਦੀ ਹੈ। ਜੇ ਨੈਗੇਟਿਵ ਹੁੰਦਾ ਤਾਂ ਆਪਾਂ ਨੂੰ ਪਤਾ ਹੈ ਕਿ ਸਾਰੀਆਂ ਸਿਚੁਏਸ਼ਨਾਂ ਠੀਕ ਰਹਿੰਦੀਆਂ, ਲੇਕਿਨ ਇੱਥੇ ਐਂਗਲ ਕਿੰਨੇ ਡਿਗਰੀ ਬਣ ਜਾਂਦਾ, 0। ਸਮਝੋ, ਕਿਉਂਕਿ ਇਸ ਵਾਰ ਸੋਰਸ ਨੇ ਉਹਨੂੰ ਕੀ ਕਰਨਾ ਸੀ, ਅਟਰੈਕਟ। ਸੋ ਜਿਹੜੀ ਇਹ ਵਾਲੀ ਫੋਰਸ ਸੀ ਉਹ ਅੰਦਰ ਨੂੰ ਲੱਗਣ ਲੱਗ ਪੈਣੀ ਸੀ। ਤੇ ਜੇ 0 ਡਿਗਰੀ ਬੰਦਾ ਤੇ cos 0 ਕਿੰਨਾ ਆਉਂਦਾ 1, ਯਾਨੀ ਕਿ ਇੱਥੇ ਇੱਕ ਮਾਈਨਸ ਘੱਟ ਹੁੰਦੀ, ਫਿਰ ਇੱਥੇ ਵੀ ਇੱਕ ਮਾਈਨਸ ਘੱਟ ਹੁੰਦੀ, ਫਿਰ ਇੱਥੇ ਵੀ ਇੱਕ ਮਾਈਨਸ ਘੱਟ ਹੁੰਦੀ, ਫਿਰ ਇੱਥੇ ਵੀ ਇੱਕ ਘੱਟ ਹੁੰਦੀ। ਜਦੋਂ ਇੱਥੇ ਵੀ ਇੱਕ ਮਾਈਨਸ ਘੱਟ ਹੁੰਦੀ ਤਾਂ ਜਿਹੜੀ ਹੁਣ ਮਾਈਨਸ ਕੱਟੇ ਗਏ ਸੀ ਫਿਰ ਕੱਟੇ ਨਾ ਜਾਂਦੇ, ਯਾਨੀ ਕਿ ਉਲਟਾ ਇੱਕ ਮਾਈਨਸ ਦਾ ਸਾਈਨ ਅੱਗੇ ਆ ਜਾਂਦਾ। ਜੇ ਇੱਥੇ ਮਾਈਨਸ ਦਾ ਸਾਈਨ ਆਉਂਦਾ ਇੱਥੇ ਆਉਂਦਾ ਤੇ ਫਿਰ ਇੱਥੇ ਵੀ ਆ ਜਾਂਦਾ। ਇਹਦਾ ਮਤਲਬ ਹੈ ਜੇ ਨੈਗੇਟਿਵ ਚਾਰਜ ਹੁੰਦਾ ਤਾਂ ਨੈਗੇਟਿਵ ਚਾਰਜ ਕਰਕੇ ਸਾਡਾ ਪੋਟੈਂਸ਼ੀਅਲ ਕਿੰਨਾ ਹੋਣਾ ਸੀ, 1/4πε0 ਮਾਈਨਸ ਦਾ Q/R। ਹੁਣ ਧਿਆਨ 'ਚ ਰੱਖਣਾ ਕਿ ਜਦੋਂ ਆਪਾਂ ਇਲੈਕਟ੍ਰਿਕ ਫੀਲਡ ਵਾਲਾ ਚੈਪਟਰ ਪੜ੍ਹਦੇ ਸੀ ਉੱਥੇ ਆਪਾਂ ਸਾਈਨ ਨਹੀਂ ਪਾਉਂਦੇ ਸੀ। ਇੱਥੇ ਹੁਣ ਕੁਆਂਟੀਟੀ ਸਕੇਲਰ ਆ ਗਈ ਤਾਂ ਪੋਜ਼ਿਟਿਵ ਚਾਰਜ ਦਾ ਪੋਜ਼ਿਟਿਵ ਪੋਟੈਂਸ਼ੀਅਲ, ਨੈਗੇਟਿਵ ਚਾਰਜ ਦਾ ਨੈਗੇਟਿਵ ਪੋਟੈਂਸ਼ੀਅਲ, ਇਹ ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਇਜ਼ ਦੈਟ ਓਕੇ। ਸੋ ਜੇ ਤੁਹਾਨੂੰ ਇਹ ਵਾਲੀ ਗੱਲ ਕਲੀਅਰ ਹੈ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਅੱਜ ਦਾ ਲੈਕਚਰ ਜਿਹੜਾ ਹੈ ਉਹਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਅਗਲੀ ਕਲਾਸ ਦੇ ਵਿੱਚ ਬੇਟਾ ਮਿਲਾਂਗੇ। ਆਈ ਹੋਪ ਕਿ ਤੁਸੀਂ ਇਹਨੂੰ ਪੂਰਾ ਇੰਜੋਏ ਕੀਤਾ ਹੋਣਾ ਹੈ। ਸੋ ਜੇ ਪਸੰਦ ਆਇਆ ਤਾਂ ਵੀਡੀਓ ਨੂੰ ਇਹ ਤੇ ਨਾਲ ਆ ਜ਼ਰੂਰ ਕਰਦੇ ਰਿਹਾ ਕਰੋ, ਇਹਦੇ ਨਾਲ ਹੌਸਲਾ ਪੂਰਾ ਐਨ ਵਧੀਆ ਰਹਿੰਦਾ। ਬਾਏ। चलो 1 2 3 गो। तो कुछ नहीं आई थी ना। हाँ बहुत ज्यादा। कितनी किलो कर? ओह ऑसम। चलो फिर ना क्लैपिंग क्लैपिंग क्लैपिंग।